ਪੰਕਜ ਬੰਦਨਾ ਸਿਮਰਉ ਅੰਗਦ ਦੁਖ ਨਿਕੰਦਨ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਰਾਮਦਾਸ ਗੁਰੂ ਗੁਣ ਗਾਵੋ ਗੁਰੂ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਈ ਬਹੁਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰਮ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਗੁਰੂ ਨਾਨਕ ਪੁਰਸ਼ੋਤਮੰ ਪਰਵ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਗਰ ਬਜਾਰਨ ਦੀਰਘ ਸੋਭਾ ਮੋਰ ਸੂਰ ਸਮੁਦਾਇਆ ਪਾਵਤ ਆਨ ਪਰ ਵਿਰਤੀ ਨਭ ਸਤ ਘਨ ਕੀ ਘਟ ਸੁਮੰਡਾਇਆ। ਜਾਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ। ਆਪ ਜੀ ਵਡਭਾਗੇ ਹੋ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਦੇ ਹੋਏ
ਆਪਣਾ ਜਨਮ ਸਫਲ ਬਣਾ ਰਹੇ ਹੋ। ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਭਾਈ ਸਤਵਿੰਦਰ ਸਿੰਘ ਜੀ ਸਰਤਾਜ ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਸਨ। ਹੁਣ ਸਮਾਂ ਹੋਇਆ ਹੈ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਕਥਾ ਦਾ। ਹਰ ਰੋਜ਼ ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਇਹ ਪਾਵਨ ਕਥਾ ਸਰਵਣ ਕਰਦੇ ਹੋ। ਪਿਛੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਤੇ ਪਹਾੜੀ ਸੈਨਾ ਹਮਲਾ ਕਰਕੇ ਆਈ ਹੈ ਤੇ ਖਾਲਸੇ ਦੀ ਜਿੱਤ ਹੋਈ ਹੈ। ਗੁਰੂ ਕਾ ਖਾਲਸਾ ਕਿਸੇ ਉੱਤੇ ਵਧੀਕੀ ਨਹੀਂ ਕਰਦਾ ਤੇ ਜੇ ਕੋਈ ਹਮਲਾਵਰ ਚੜ੍ਹ ਕੇ ਆਉਂਦਾ ਹੈ, ਹਮਲਾ ਕਰਦਾ ਹੈ, ਫਿਰ ਉਹਨੂੰ ਅੱਗੋਂ ਜਵਾਬ ਵੀ ਦਿੰਦਾ ਹੈ। ਜਿਹੜੇ ਕਿਹੜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸ਼੍ਰੇਸ਼ਟ ਜਸ ਫੈਲਿਆ ਹੋਇਆ ਹੈ। ਕਹਿੰਦੇ ਇਹ ਸ਼੍ਰੇਸ਼ਟ ਰੂਪੀ ਜਿਹੜਾ ਜਸ ਰੂਪੀ ਜਿਹੜਾ ਸਾਗਰ ਹੈ, ਇਹ ਧਰਤੀ ਤੇ ਪਸਰ ਗਿਆ ਹੈ। ਸ਼ੁਭ ਖਾਲਸਾ ਪੰਥ ਪ੍ਰਗਟ ਹੋਇਆ ਹੈ, ਜਿਹਨੇ ਪਹਾੜਾਂ ਦੇ ਵਿੱਚ ਧੂਮ ਮਚਾ ਦਿੱਤੀ ਹੈ। ਸਾਰੇ ਪਹਾੜੀ ਰਾਜੇ ਜਿਹੜੇ ਨੇ ਚੜ੍ਹਾਈ ਕਰਕੇ ਆਏ ਤੇ ਸਨ, ਪਰ ਹੁਣ ਬੜੇ ਪਛਤਾਉਂਦੇ ਹੋਏ ਵਾਪਸ ਗਏ ਨੇ। 22 ਧਾਰ ਦੇ ਇਹ ਸਾਰੇ ਰਾਜੇ ਇਕੱਠੇ ਹੋ ਕੇ ਸਾਰੀ ਪ੍ਰਜਾ ਤੇ ਸੈਨਾ ਲੈ ਕੇ, ਕੁੱਲ ਗਿਣਤੀ ਇੱਥੇ ਕਵੀ ਜੀ ਨੇ 3 ਲੱਖ ਦੱਸੀ ਹੈ। ਪਰ ਜਿਸ ਦਿਨ ਕੇਸਰੀ ਚੰਦ ਨੇ ਹਮਲਾ ਕੀਤਾ ਸੀ ਮਸਤ ਹਾਥੀ ਨੂੰ ਲੈ ਕੇ, ਉਹਦੇ ਮਗਰ ਜਿਹੜੇ ਸੂਰਮੇ ਸਨ ਉਹ 1,57,000 ਦੀ ਗਿਣਤੀ ਸੀ, ਜਿਨ੍ਹਾਂ ਦਾ ਆਗੂ ਕੇਸਰੀ ਚੰਦ ਬਣ ਕੇ ਆਇਆ ਸੀ। ਉਹਨੇ ਆਨੰਦਪੁਰ ਦੇ ਚਾਰੇ ਪਾਸਿਓਂ ਮੋਰਚਿਆਂ ਵਿੱਚੋਂ ਵੀ ਸਿਪਾਹੀ ਮੰਗਾ ਲਏ ਸਨ ਔਰ ਸਾਰੇ ਰਾਜਿਆਂ ਦੀ ਪ੍ਰਜਾ ਇੱਕ ਥਾਂ ਇਕੱਠੀ ਕਰ ਲਈ। ਤੇ ਕਹਿੰਦੇ ਇਹ ਜਿਹੜੇ ਐਨੀ ਵੱਡੀ ਫੌਜ ਲੈ ਕੇ ਆਏ, ਕ੍ਰੋਧ ਕਰਕੇ ਸਤਿਗੁਰੂ ਜੀ ਦੇ ਉੱਤੇ ਇਹਨਾਂ ਨੇ ਹਮਲਾ ਕੀਤਾ ਇੱਕ ਪ੍ਰਕਾਰ ਦਾ, ਤੇ ਹਾਥੀ ਨੂੰ ਨਾਲ ਲੈ ਕੇ ਹਮਲਾ ਕੀਤਾ। ਉਸ ਤਰ੍ਹਾਂ ਹਮਲੇ ਕੀਤੇ। ਆਨੰਦਪੁਰ ਦੇ ਵਿੱਚ ਥੋੜੇ ਜਿਹੇ ਖਾਲਸੇ ਸਨ, ਜਿਨ੍ਹਾਂ ਨੇ ਦਰਵਾਜ਼ੇ ਤੇ ਖਲੋ ਕੇ ਹਾਥੀ ਨੂੰ ਠੱਲ ਲਿਆ। ਇਹਨਾਂ ਰਾਜਿਆਂ ਦੇ ਮੁਖ ਪੀਲੇ ਹੋ ਗਏ, ਹਲਦੀ ਵਰਗੇ ਰੰਗ ਹੋ ਗਏ ਤੇ ਵਾਪਸ ਭੱਜ ਗਏ। ਵਾਪਸ ਭੱਜੇ ਜਾਂਦੇ ਹਾਥੀ ਨੇ ਪਹਾੜੀਆਂ ਦੇ ਸਰੀਰ ਦੜ ਦਿੱਤੇ, ਦਲ ਮਲ ਕਰ ਦਿੱਤੇ। ਜਿੱਥੇ ਕਿੱਥੇ ਲੋਕ ਕਹਿੰਦੇ ਸਨ ਕਿ ਮਾੜੀ ਮੱਤ ਵਾਲੇ ਇਹਨਾਂ ਪਹਾੜੀਆਂ ਦੀ ਮੱਤ ਮਾਰੀ ਗਈ। ਸਤਿਗੁਰੂ ਜੀ ਦੇ ਨਾਲ ਇਹਨਾਂ ਨੇ ਜੰਗ ਕੀਤਾ ਹੈ। ਕਹਿੰਦੇ ਗੁਰੂ ਜੀ ਦੇ ਨਾਲ ਜੰਗ ਕਰਕੇ ਇਹਨਾਂ ਨੂੰ ਪਛਤਾਉਣਾ ਹੀ ਪੈਣਾ ਸੀ। ਇੱਕ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਹੈ, ਜਿਨ੍ਹਾਂ ਨੇ ਸਾਰੇ ਖੰਡ ਦੀਪ 9 ਖੰਡ ਪ੍ਰਿਥਵੀ ਉਹਨਾਂ ਨੇ ਜਿੱਤੀ ਹੈ। ਕਰਾਮਾਤ ਦੇ ਸਾਹਿਬ ਜੰਗ ਵਿੱਚ ਪ੍ਰਗਟ ਹਨ। ਸਾਰੇ ਪੀਰ ਮੀਰ ਇਹਨਾਂ ਤੋਂ ਡਰਦੇ ਨਹੀਂ। ਇਸ ਤਰ੍ਹਾਂ ਕਹਿੰਦੇ ਤੁਰਕਾਂ ਨਾਲ ਜਿਨ੍ਹਾਂ ਦਾ ਵੈਰ ਵਿਰੋਧ ਹੈ, ਮਾੜੀ ਮੱਤ ਵਾਲੇ ਇਹ ਗੱਲ ਸਮਝਦੇ ਨਹੀਂ ਹੈ। ਜੇ ਉਹਨਾਂ ਦੇ ਚਿੱਤ ਵਿੱਚ ਸੁੱਖ ਲੈਣ ਦੀ ਚਾਹਤ ਹੁੰਦੀ ਤੇ ਫਿਰ ਗੁਰੂ ਦੀ ਸ਼ਰਨ ਪੈ ਜਾਂਦੇ, ਗੁਰੂ ਦੇ ਉੱਤੇ ਹਮਲਾ ਨਾ ਕਰਦੇ। ਫਿਰ ਗੁਰੂ ਜੀ
ਉਹਨਾਂ ਨੂੰ ਦੋ ਲੋਕਾਂ ਦਾ ਸੁੱਖ ਦੇ ਦਿੰਦੇ, ਲੋਕ ਦਾ ਵੀ ਤੇ ਪਰਲੋਕ ਦਾ ਵੀ। ਕੀ ਕਰੀਏ? ਕਵੀ ਸੰਤੋਖ ਸਿੰਘ ਜੀ ਕਹਿੰਦੇ ਉਹਨਾਂ ਦੇ ਮੱਥੇ ਦੇ ਭਾਗਾਂ ਵਿੱਚ ਹੀ ਨਹੀਂ ਸੁੱਖ ਲੈਣਾ, ਉਹ ਦੋਵੇਂ ਲੋਕਾਂ ਵਿੱਚ ਦੁੱਖ ਪਾਉਣਗੇ। ਇੱਥੇ ਰਾਜ ਵਿੱਚ ਝਗੜੇ ਖੜੇ ਹੋਣਗੇ ਤੇ ਮਰ ਕੇ ਨਰਕਾਂ ਵਿੱਚ ਜਾਣਗੇ। ਤੇ ਗੁਰੂ ਦੀ ਸਿਫਤ ਕਰਦੇ ਹੋਏ ਕਵੀ ਜੀ ਕਹਿੰਦੇ, ਲੋਕ ਕਹਿੰਦੇ ਸਨ ਸੰਸਾਰ ਦੇ ਵਿੱਚ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧੰਨ ਹਨ, ਧੰਨ ਹਨ। ਚਾਰੇ ਵਰਨਾਂ ਦੇ ਗਰੀਬ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਉਹ ਯੋਧੇ ਬਣਾ ਦਿੰਦੇ ਨੇ। ਉਹ ਜਗਤ ਵਿੱਚ ਜਸ ਸਹਿਤ ਸੁੱਖ ਭੋਗਦੇ ਨੇ ਤੇ ਪਰਲੋਕ ਵਿੱਚ ਉਹਨਾਂ ਦੇ ਹਿਰਦੇ ਪਰਲੋਕ ਵਾਸਤੇ ਗਿਆਨਵਾਨ ਕਰ ਦਿੱਤੇ। ਤੇ ਜਦੋਂ ਅੰਮ੍ਰਿਤ ਛਕਾਇਆ ਸੀ ਨਾ ਗੁਰੂ ਸਾਹਿਬ ਨੇ, ਪਹਿਲਾਂ ਪੰਜ ਪਿਆਰੇ ਜਿਨ੍ਹਾਂ ਨੇ ਸੀਸ ਦਿੱਤੇ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ, ਮੁਕਤਿਆਂ ਨੇ ਅੰਮ੍ਰਿਤ ਪਾਨ ਕੀਤਾ। ਹੋਰ ਬੈਠੀ ਹੋਈ ਸੰਗਤ ਵਿੱਚੋਂ ਅੰਮ੍ਰਿਤ ਪਾਨ ਕੀਤਾ ਤੇ ਕਿਸੇ ਨੂੰ ਇਹ ਨਹੀਂ ਸੀ ਪੁੱਛਿਆ ਕਿ ਤੇਰੀ ਜਾਤ ਕੀ ਹੈ। ਇਹ ਗੱਲ ਜ਼ਰੂਰ ਕਹੀ ਸੀ ਕਿ ਅੰਮ੍ਰਿਤ ਛਕ ਕੇ ਹੁਣ ਗੁਰੂ ਕੇ ਖਾਲਸੇ ਬਣ ਗਏ ਹੋ, ਹੁਣ ਪਿਛਲੀ ਜਾਤ ਪਾਤ ਕੁੱਲ ਖਤਮ ਹੋ ਗਈ ਹੈ, ਹੁਣ ਤੁਸੀਂ ਖਾਲਸਾ ਪੰਥ ਪਰਿਵਾਰ ਦੇ ਮੈਂਬਰ ਹੋ ਗਏ ਹੋ। ਤੇ ਅੱਜ ਵੀ ਜਦੋਂ ਅੰਮ੍ਰਿਤ ਪਾਨ ਕਰਾਇਆ ਜਾਂਦਾ ਹੈ ਕਿਸੇ ਨੂੰ ਜਾਤ ਨਹੀਂ ਪੁੱਛੀ ਜਾਂਦੀ ਕਿ ਤੂੰ ਕਿਹੜੀ ਜਾਤ ਦਾ। ਹਰ ਇੱਕ ਨੂੰ ਗੁਰੂ ਘਰ ਦੇ ਵਿੱਚ ਬਰਾਬਰ ਦਾ ਮਾਣ ਸਤਿਕਾਰ ਮਿਲਦਾ ਹੈ। ਇੱਥੇ ਇਹ ਨਹੀਂ ਪੁੱਛਿਆ ਜਾਂਦਾ ਵੀ ਤੂੰ ਹਿੰਦੂ ਹੈ ਕਿ ਸਿੱਖ ਹੈ ਕਿ ਮੁਸਲਮਾਨ ਹੈ, ਜੈਨੀ ਹੈ ਕਿ ਬੋਧੀ ਹੈ। ਨਹੀਂ, ਇੱਥੇ ਪੰਗਤ ਵਿੱਚ ਹਰ ਇੱਕ ਨੂੰ ਬਹਿਣ ਦਾ ਹੱਕ ਹੈ, ਸੰਗਤ ਵਿੱਚ ਹਰ ਇੱਕ ਨੂੰ ਬਹਿਣ ਦਾ ਹੱਕ ਹੈ। ਲੋਕ ਸਿਫਤ ਕਰਦੇ ਨੇ, ਗੁਰੂ ਸਾਹਿਬ ਜੀ ਅੰਮ੍ਰਿਤ ਛਕਾ ਕੇ ਯੋਧੇ ਬਣਾ ਦਿੰਦੇ ਨੇ। ਭੀਮ ਚੰਦ ਬੜਾ ਦੁੱਖ ਪਾਉਂਦਾ ਸੀ, ਉਹਨੇ ਆਪਣੇ ਵਜ਼ੀਰ ਨੂੰ ਸਰਹੰਦ ਦੇ ਸੂਬੇ ਪਾਸ ਭੇਜਿਆ ਤੇ ਨਾਲ ਪਤਾ ਕੀ ਭੇਜਿਆ? ਹਾਥੀ ਘੋੜੇ ਜਿਹੜੇ ਬੜੇ ਕੀਮਤੀ ਸਨ। ਤੁਰਕਾਂ ਵਾਸਤੇ ਕਈ ਕੁਝ ਭੇਜਿਆ ਹੈ। ਹਾਥੀ ਘੋੜੇ ਜਿਹੜੇ ਬੜੇ ਕੀਮਤੀ ਤੁਰਕਾਂ ਵਾਸਤੇ ਇਕੱਠੇ ਕੀਤੇ। ਚਾਂਦੀ ਸੋਨੇ ਦੇ ਉਹਨਾਂ ਹਾਥੀਆਂ ਦੇ ਹੁੰਦੇ ਬਣਾਏ, ਜਿੱਦਾਂ ਘੋੜੇ ਤੇ ਕਾਠੀ ਹੁੰਦੀ ਨਾ, ਹਾਥੀ ਤੇ ਹੁੰਦਾ ਹੈ। ਘੋੜਿਆਂ ਦੀਆਂ ਕਾਠੀਆਂ ਸੋਨੇ ਦੀਆਂ ਤਿਆਰ ਕਰਵਾਈਆਂ ਗਈਆਂ। ਕਈ ਵਿਲੱਖਣ ਵਸਤਾਂ ਭੇਜੀਆਂ, ਨਾਲ ਮਾਇਆ ਭੇਜੀ, ਧਨ ਭੇਜਿਆ। ਸਰਹੰਦ ਦਾ ਸੂਬੇਦਾਰ ਉਸ ਵੇਲੇ ਬੜੀ ਪਾਵਰ ਰੱਖਦਾ ਸੀ, ਜਿਹਦਾ ਨਾਮ ਵਜ਼ੀਰ ਖਾਂ ਸੀ। ਉਹਦੇ ਪਾਸ ਰਿਸ਼ਵਤ ਭੇਜ ਕੇ ਬੇਨਤੀ ਕੀਤੀ ਹੈ, ਆਖਿਆ ਸਾਨੂੰ ਆਪਣੇ ਗੁਲਾਮ ਸਮਝੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਸ਼ਕਤੀਮਾਨ ਹੋ ਗਏ ਨੇ। ਉਹ ਪ੍ਰਤੀ ਦਿਨ ਫੌਜਾਂ ਇਕੱਠੀਆਂ ਕਰਦੇ ਰਹਿੰਦੇ ਨੇ। ਤੁਸੀਂ ਉਹਨਾਂ ਦੇ ਨਜ਼ਦੀਕ ਹੋ, ਸਾਨੂੰ ਹਰਾ ਕੇ ਇੱਕ ਦਿਨ ਤੁਹਾਡੇ ਨਾਲ ਗੁਰੂ ਗੋਬਿੰਦ ਸਿੰਘ ਜੀ ਯੁੱਧ ਕਰਨਗੇ। ਇਹ ਪਹਾੜੀ ਰਾਜਿਆਂ ਨੇ ਲਿਖੇ, ਬੜੀਆਂ ਗੱਲਾਂ ਬਣਾ ਕੇ ਲਿਖੀਆਂ। ਹੁਣ ਤਾਂ ਇਹ ਆਸਾਨ ਯਤਨ ਹੈ ਕਿ ਸਾਡੇ ਨਾਲ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਯੁੱਧ ਕਰੋ, ਚਾਰੇ ਪਾਸਿਆਂ ਤੋਂ ਘੇਰ ਲਈਏ, ਰੋਕ ਲਈਏ ਤੇ ਉਹਨਾਂ ਨੂੰ ਆਨੰਦਪੁਰ ਉਹਨਾਂ ਤੋਂ ਛਡਵਾ ਲਈਏ, ਆਨੰਦਪੁਰ ਦੇ ਵਿੱਚੋਂ ਉਹਨਾਂ ਨੂੰ ਕੱਢ ਦਈਏ। ਤੇ ਨਾਲ ਪਹਾੜੀ ਰਾਜਿਆਂ ਨੇ ਲਿਖਿਆ ਵੀ ਪਹਿਲਾਂ ਵੀ ਬਾਦਸ਼ਾਹ ਦੀ ਸੈਨਾ ਆਈ ਸੀ, ਬਾਦਸ਼ਾਹ ਨੇ 2 ਮਰਾਬ ਭੇਜੇ ਸਨ। ਉਹਨਾਂ ਵਿੱਚੋਂ ਪੈਂਡੇ ਖਾਨ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਰ ਦਿੱਤਾ ਸੀ ਤੇ ਦੀਨਾ ਬੇਗ ਭੱਜ ਗਿਆ ਸੀ। ਉਦਮ ਕਰੋ ਤੇ ਸਾਨੂੰ ਆਪਣੇ ਸਮਝੋ। ਹੁਣ ਜੇ ਤੁਸੀਂ ਸਾਡੇ ਸਹਾਇਕ ਨਾ ਬਣੇ ਤੇ ਫਿਰ ਕਾਰਜ ਵਿਗੜ ਜਾਏਗਾ, ਸਾਡੇ ਸਹਾਇਕ ਬਣੋ। ਬਹੁਤ ਸੈਨਾ ਇਕੱਠੀ ਕਰਕੇ ਆ ਜਾਓ, ਤੁਰੰਤ ਇਹ ਕਾਰਜ ਆਪਣਾ ਰਾਸ ਹੋ ਜੇ
ਤੇ ਨਾਲ ਆਖਿਆ ਇੱਕ ਤੇ ਸਾਡੇ ਤੇ ਉਪਕਾਰ ਹੋਵੇਗਾ, ਦੂਸਰਾ ਇਹ ਤੁਹਾਡਾ ਵੀ ਵੈਰੀ ਹੈ। ਤੁਸੀਂ ਚਿੰਤਾ ਰਹਿਤ ਕਿਉਂ ਬੈਠੇ ਹੋ? ਇੱਕ ਦਿਨ ਤੁਹਾਡੇ ਨਾਲ ਵੀ ਇਹ ਦੋ ਹੱਥ ਕਰਨਗੇ। ਕਹਿੰਦੇ ਇਹ ਭਾਰਾ ਕਾਰਜ ਵਿਗੜ ਜਾਏਗਾ ਜੇ ਤੁਸੀਂ ਹੁਣ ਸਾਡੀ ਮਦਦ ਨਾ ਕੀਤੀ। ਇਸ ਪ੍ਰਕਾਰ ਕਹਿ ਕੇ ਇੱਕ ਵਜ਼ੀਰ ਨੂੰ ਸਰਹੰਦ ਵੱਲ ਨੂੰ ਭੇਜਿਆ ਹੈ, ਦੂਸਰੇ ਵੱਡੇ ਵਜ਼ੀਰ ਨੂੰ ਦਿੱਲੀ ਵੱਲ ਭੇਜਿਆ ਹੈ, ਤੀਸਰੇ ਨੂੰ ਦੱਖਣ ਵੱਲ ਔਰੰਗਜ਼ੇਬ ਦੇ ਵੱਲ ਭੇਜ ਦਿੱਤਾ ਹੈ। ਦੀਨ ਹੋ ਕੇ ਬੇਨਤੀਆਂ ਕਹਿ ਕਹਿ ਕੇ ਆਪਣੇ ਆਪ ਨੂੰ ਗੁਲਾਮ ਲਿਖ ਲਿਖ ਕੇ ਭੇਜਿਆ ਹੈ। ਗੁਰੂ ਜੀ ਤੋਂ ਬੇਮੁਖ ਹੋਣ ਦੇ ਨਾਲ ਇਹਨਾਂ ਪਹਾੜੀ ਰਾਜਿਆਂ ਦੀ ਐਸੀ ਹਾਲਤ ਹੋ ਗਈ ਸੀ ਕਿ ਜਿੱਥੇ ਕਿੱਥੇ ਸਾਰੇ ਕੰਮ ਇਹਨਾਂ ਦੇ ਵਿਗੜ ਗਏ ਸਨ। ਦੀਨ ਬਣ ਕੇ ਤੁਰਕਾਂ ਦੇ ਸੇਵਕ ਬਣਦੇ ਸਨ, ਆਪਣੀ ਬੱਚੀ ਦਾ ਡੋਲਾ ਦੇਣ ਨੂੰ ਵੀ ਤਿਆਰ ਸਨ। ਕਹਿੰਦੇ ਧਰਮ ਗਵਾ ਕੇ ਨਿੰਦਿਆ ਪ੍ਰਾਪਤ ਕੀਤੀ ਤੇ ਮਰ ਕੇ ਇਹ ਨਰਕਾਂ ਵਿੱਚ ਪੈਣਗੇ। ਜਿੱਥੇ ਕਿੱਥੇ ਦੂਤ ਗਏ ਉਹ ਜਾ ਕੇ ਇਹ ਦੱਸਦੇ ਸਨ, ਅਸੀਂ ਮਾਰੇ ਗਏ, ਅਸੀਂ ਲੁੱਟੇ ਗਏ। ਸਾਰਿਆਂ ਦੇ ਅੱਗੇ ਉਹਨਾਂ ਪੁਕਾਰ ਕੀਤੀ, ਸਾਨੂੰ ਗੁਰੂ ਜੀ ਮਾਰਦੇ ਹਨ। ਕਿ ਜੇ ਗੁਰੂ ਜੀ ਨੂੰ ਤੰਗ ਕਰੋਗੇ ਤੇ ਫਿਰ ਮਾਰਨਗੇ। ਗੁਰੂ ਜੀ ਤਾਂ ਆਰਾਮ ਦੇ ਨਾਲ ਅਨੰਦਪੁਰ ਸਾਹਿਬ ਦੇ ਵਿੱਚ ਬੈਠੇ ਨੇ, ਲੜਾਈ ਤੁਸੀਂ ਸਹੇੜਦੇ ਹੋ। ਤੇ ਵੱਡੀ ਮੰਜ਼ਿਲ ਤੈਅ ਕਰਕੇ ਬਾਦਸ਼ਾਹ ਦੇ ਪਾਸ ਜਾ ਕੇ ਪੁਕਾਰ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਵੱਡੀ ਧੁੰਮ ਮਚਾਈ ਹੋਈ ਹੈ, ਸਾਰੇ ਪਹਾੜੀ ਰਾਜਿਆਂ ਨੂੰ ਉਜਾੜ ਦਿੱਤਾ ਹੈ। ਦਿੱਲੀ ਦੇ ਸੂਬੇ ਨੇ ਵੀ ਲਿਖ ਕੇ ਭੇਜ ਦਿੱਤਾ, ਇੱਧਰ ਗੁਰੂ ਜੀ ਲੜਾਈ ਕਰਦੇ ਹਨ। ਔਰੰਗਜ਼ੇਬ ਨੂੰ ਲਿਖ ਕੇ ਭੇਜਿਆ। ਵਜ਼ੀਰ ਖਾਨ ਨੇ ਵੀ ਆਪਣੇ ਬੰਦੇ ਨੂੰ ਬਾਦਸ਼ਾਹ ਦੇ ਪਾਸ ਭੇਜ ਕੇ ਇਹਨਾਂ ਪਹਾੜੀਆਂ ਦੀ ਗੱਲ ਰੱਖੀ। ਜਦ ਬਹੁਤ ਪਾਸਿਆਂ ਤੋਂ ਲਿਖਿਆ ਹੋਇਆ ਔਰੰਗਜ਼ੇਬ ਦੇ ਪਾਸ ਗਿਆ, ਇਹਨਾਂ ਅਹਿਲਕਾਰਾਂ ਨੇ ਜਾ ਕੇ ਬਣਾ ਕੇ ਗੱਲਾਂ ਕੀਤੀਆਂ ਤੇ ਔਰੰਗਜ਼ੇਬ ਗੁੱਸੇ 'ਚ ਆ ਗਿਆ। ਸਰਹੰਦ ਤੋਂ ਬਹੁਤ ਸੈਨਾ ਲੈ ਕੇ ਉਹਨੇ ਆਨੰਦਪੁਰ ਵੱਲ ਨੂੰ ਚੜ੍ਹਾਈ ਕਰਨ ਦੀ ਆਗਿਆ ਦੇ ਦਿੱਤੀ। ਆਨੰਦਪੁਰ ਨੂੰ ਗੁਰੂ ਜੀ ਪਾਸੋਂ ਛਡਵਾ ਕੇ ਭੀਮ ਚੰਦ ਨੂੰ ਦੇ ਦਿਓ, ਇਹ ਉਹਨੇ ਹੁਕਮ ਕਰ ਦਿੱਤਾ। ਕਹਿੰਦੇ ਅੱਗੇ ਫਿਰ ਜੰਗ ਨਾ ਕਰਿਓ ਜੀ, ਤਾਕਤ ਨਾਲ ਹੀ ਦਬਾ ਦਿਓ। ਉਧਰ ਇਸ ਵਿਧੀ ਨਾਲ ਬਿਰਤਾਂਤ ਹੋਇਆ। ਇਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਦੇ ਕੋਲ 52 ਕਵੀ ਸਨ, ਤੇ ਉਹ ਜਿਹੜੇ ਕਵੀ ਸਨ ਉਹ ਗੁਰੂ ਜੀ ਦਾ ਜਸ ਕਰਦੇ ਸਨ। ਉਹ ਕਵਿਤਾ ਵਿੱਚ, ਕਵਿਤਾ ਵਿੱਚ ਗੁਰੂ ਜੀ ਦਾ ਸ਼੍ਰੇਸ਼ਟ ਜਸ ਕਰਦੇ ਸਨ ਤੇ ਗੁਰੂ ਜੀ ਉਹਨਾਂ ਨੂੰ ਵੱਡੀਆਂ ਬਖਸ਼ਿਸ਼ਾਂ ਕਰਦੇ ਸਨ। ਕੌਤਕ ਹੋਤ ਆਨੰਦਪੁਰ ਸੁੰਦਰ, ਸੁਣ ਸੁਣ ਸੰਗਤ ਆਵੇ। ਆਨੰਦਪੁਰ ਦੇ ਵਿੱਚ ਸੁੰਦਰ ਕੌਤਕ ਹੁੰਦੇ ਸਨ, ਸੁਣ ਸੁਣ ਕੇ ਸੰਗਤ ਆਉਂਦੀ ਸੀ ਤੇ ਹਜ਼ਾਰਾਂ ਰੁਪਏ ਤੇ ਸ਼ਾਸਤਰ ਅਰਪਣ ਕਰਦੇ ਸਨ, ਆਪਣੀਆਂ ਮਨੋ ਕਾਮਨਾਵਾਂ ਪਾਉਂਦੇ ਸਨ। ਲੜਾਈ ਸਮੇਂ ਜੋ ਵੀ ਵਿਗੜ ਗਿਆ ਉਹ ਬਾਗ ਸਰੋਵਰ ਸਾਰੇ ਨਵੇਂ ਤਿਆਰ ਕਰਵਾਏ ਤੇ ਰਹਿائشੀ ਮਹਿਲਾਂ ਦੇ ਅੰਦਰ ਬਾਹਰ ਸੋਨੇ ਦੀ ਝਾਲ ਫਰਵਾਈ ਗਈ, ਸੁਨਹਿਰੀ ਮੰਦਰ ਬਣਾ ਦਿੱਤੇ। ਗਰੀਬ ਨਵਾਜ ਗੁਰੂ ਜੀ ਉਹਨਾਂ ਮਹਿਲਾਂ ਵਿੱਚ ਰਹਿੰਦੇ ਸਨ, ਦਿਨ ਰਾਤ ਆਨੰਦ ਪਾਉਂਦੇ ਸਨ। ਕਹਿੰਦੇ ਕਈ ਪ੍ਰਕਾਰ ਦੇ ਖੰਭੇ ਤੇ ਚਿੱਤਰ ਬਣਾਏ ਹੋਏ ਨੇ, ਉਹਦੇ ਨਾਲ ਬੱਝਾ ਹੋਇਆ ਚੰਦੋਆ ਜਿਹੜਾ ਹੈ ਉਹ ਬੜੀ ਸ਼ੋਭਾ ਪਾ ਰਿਹਾ ਹੈ। ਇੱਥੋਂ ਤੱਕ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਸੀ। ਹੁਣ ਜਿਸ ਤਰ੍ਹਾਂ ਅੱਗੇ ਪ੍ਰਸੰਗ ਆ ਰਿਹਾ, ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ। ਕਵੀ ਸੰਤੋਖ ਸਿੰਘ ਜੀ ਚੂੜਾਮਣੀ ਬਿਆਨ ਕਰਦੇ ਹਨ, ਇੱਕ ਵਾਰ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਜੀ। ਬਗਰ ਬਜਾਰਨ ਦੀਰਘ ਸੋਭਾ, ਮੋਰ ਸੋਰ ਸੁਮਦਾਇਆ। ਬਗਰ ਵਿਹੜੇ ਤੇ ਬਾਜ਼ਾਰਾਂ ਦੀ ਵੱਡੀ ਸ਼ੋਭਾ ਸੀ।
ਮੋਰ ਇਕੱਠੇ ਹੋ ਕੇ ਸ਼ੋਰ ਮਚਾਉਂਦੇ ਸਨ ਜੀ। ਪਾਵ ਸਿਆਣ ਪਰ ਵਰਤੀ ਨ ਬਸਤਾ ਘਨ ਕੀ ਘਟ ਸੁਮਡਾਇਆ। ਕਹਿੰਦੇ ਵਰਖਾ ਰੁੱਤ ਆ ਗਈ ਤੇ ਆਕਾਸ਼ ਉੱਤੇ ਬਦਲਾਂ ਦੀਆਂ ਘਟਾਵਾਂ ਘੁੰਮਣ ਲੱਗੀਆਂ ਜੀ। ਰਾਈ ਵੇਲ ਚੰਬੇਲੀ ਚੰਪਾ ਚੰਚਰੀ ਗਰੁਚ ਚਾਰੂ। ਇਹ ਫੁੱਲਾਂ ਦੀਆਂ ਕਿਸਮਾਂ ਹਨ, ਰਾਈ, ਬੇਲ, ਚੰਬੇਲੀ, ਚੰਪਾ। ਇਹਨਾਂ ਦੇ ਫੁੱਲਾਂ ਉੱਤੇ ਸੁੰਦਰ ਭੌਰੇ ਮੰਡਰਾ ਰਹੇ ਹਨ ਜੀ। ਗੁਨੀ ਪੁਰਖ ਸੁਨ ਸੁਨ ਜਸ ਗੁਰ ਕੈ ਆਏ ਰਹੇ ਗੁਰਦੁਆਰ। ਜਿਹੜੇ ਗੁਣੀ ਪੁਰਖ ਹਨ ਉਹ ਗੁਰੂ ਸਾਹਿਬ ਜੀ ਦਾ ਜਸ ਸੁਣ ਸੁਣ ਕੇ ਆ ਕੇ ਦਰਸ਼ਨ ਕਰਦੇ ਸਨ ਤੇ ਗੁਰਦੁਆਰੇ ਆ ਕੇ ਰਹਿੰਦੇ ਸਨ ਜੀ। ਹੁਕਮ ਕਰਿਓ ਆ ਜੋਤ ਗਨ ਹੋਵੈ ਦੇ ਤਨ ਗਨ ਕਰਵਾਓ। ਗੁਰੂ ਜੀ ਨੇ ਹੁਕਮ ਕੀਤਾ ਕਲਗੀਆਂ ਵਾਲੇ ਪਾਤਸ਼ਾਹ ਨੇ ਕਿ ਬਹੁਤ ਹਥਿਆਰ ਤਿਆਰ ਹੋਣ, ਬਹੁਤ ਧਨ ਦੇ ਕੇ ਹਥਿਆਰ ਬਣਵਾਓ ਜੀ। ਤੋਪ ਤੁਪਕ ਚੰਬੂਰ ਰਹਿ ਕਲੇ ਬਹੁ ਜੰਜੈਲ ਬਣਾਓ। ਕਹਿੰਦੇ ਤੋਪਾਂ, ਬੰਦੂਕਾਂ, ਜੰਬੂਰੇ, ਰੈਗਲੇ ਤੇ ਬਹੁਤ ਜੰਜੈਲ ਬਣਵਾਓ ਜੀ। ਭੁਗਦੇ ਖੰਜਰ ਸੈਫ ਦੁਦਾਰੇ ਤੋਮਰ ਚਕਰ ਕਟੰਗਾ। ਬੁਗਦਰ ਤੇ ਮੋਂਗਲੀਆਂ, ਫਿਰ ਖੰਜਰ, ਸੈਫ, ਦੋ ਧਾਰੇ ਖੰਡੇ, ਨਾਲ ਆਖਿਆ ਨੇਜੇ, ਤੋਮਰ, ਚੱਕਰ ਅਤੇ ਤੀਰ ਕਢਵਾਓ ਜੀ। ਚਾਂਪਤ ਮਾਤੇ ਸਾਂਗ ਸੁਬਰਸੀ ਕਰਾ ਚੋਲ ਕਰ ਅੰਗਾ। ਨਾਲ ਕਵੀ ਜੀ ਕਹਿੰਦੇ ਕਿ ਧਨੁਖ, ਕਮਾਨ ਜਿਹਨੂੰ ਆਪਾਂ ਕਹਿੰਦੇ ਆ, ਤੇ ਫਿਰ ਤਮਾਚੇ, ਤਮਾਚਾ ਕਹਿੰਦੇ ਪਿਸਟਲ ਨੂੰ, ਪਿਸਤੌਲ ਨੂੰ, ਤੇ ਛਾਂਗ ਬਰਛਿਆਂ ਨੂੰ, ਫਿਰ ਛੋਟੀਆਂ ਬਰਛੀਆਂ ਤੇ ਵਧੀਆ ਤਲਵਾਰਾਂ, ਕਰਾ ਚੋਲ ਖਰ ਅੰਗਾ, ਜਿਹੜੀਆਂ ਵਧੀਆ ਕਿਰਪਾਨਾਂ ਨੇ ਉਹ ਬਣਵਾਓ ਜੀ। ਲੱਗੇ ਅਨਕ ਕਾਰੀਗਰ ਕਰਨੇ ਪ੍ਰਥਮ ਤੋਪ ਕਟਾਰੀ। ਤੇ ਬਹੁਤ ਕਾਰੀਗਰ ਇਹ ਸ਼ਾਸਤਰ ਘੜਨ ਲੱਗ ਪਏ ਹਨ। ਸਭ ਤੋਂ ਪਹਿਲਾਂ ਇੱਕ ਤੋਪ ਢਾਲੀ, ਬਹੁਤ ਵੱਡੀ ਤੋਪ ਬਣਾਈ ਜੀ। ਜਨ ਜਮ ਕੋ ਮੁਖ ਮਿਰਤ ਸਤਰੋ ਕੀ ਛੋਟੇ ਗਰਜਨ ਭਾਰੀ। ਕਹਿੰਦੇ ਇਹ ਤੋਪ ਜਿਹੜੀ ਹੈ ਮਾਨੋ ਜਮ ਦਾ ਮੂੰਹ ਸੀਗਾ ਤੇ ਵੈਰੀ ਦੀ ਮੌਤ ਸੀ, ਜਿਸ ਨੂੰ ਛੱਡਣ ਦੇ ਨਾਲ ਬਹੁਤ ਵੱਡੀ ਗਰਜ ਪੈਦਾ ਹੁੰਦੀ ਹੈ ਜੀ। ਰਬ ਹਿਤ ਬਾਣ ਬਿਲੰਦ ਬਨੇ ਬੋ ਬਰ ਵੀਰਨ ਕੇ ਘਾਤੇ। ਸਤਿਗੁਰੂ ਜੀ ਵਾਸਤੇ ਬਹੁਤ ਤੀਰ ਤਿਆਰ ਕੀਤੇ ਗਏ, ਜਿਹੜੇ ਬਹੁਤ ਸੂਰਬੀਰਾਂ ਨੂੰ ਮਾਰ ਸਕਦੇ ਸਨ ਜੀ। ਏਕ ਮਹਰ ਕੋ ਹੀਮ ਲਗੇ ਤਿਸ ਮੁਖੀ ਪੁਲਾਦ ਸੰਗਾਤੇ। ਉਹਨਾਂ ਤੀਰਾਂ ਦੇ ਉੱਤੇ ਇੱਕ ਇੱਕ ਮੋਰ ਦਾ ਜੋ ਸੋਨਾ ਹੈ ਉਹ ਫਲਾਦ ਦੇ ਨਾਲ ਲਾਉਂਦੇ ਸਨ ਜੀ। ਇਤਿਆਦ ਕਜੋਦ ਨਿਤ ਬੰਤੇ ਕਰ ਕਤ ਗੁਰੂ ਰਖਾਵੈ। ਸਵਾ ਸਵਾ ਤੋਲਾ ਗੁਰੂ ਜੀ ਦੇ ਤੀਰਾਂ ਨੂੰ ਸੋਨਾ ਲੱਗਣ ਦਾ ਜ਼ਿਕਰ ਇਤਿਹਾਸ ਵਿੱਚ ਆਇਆ। ਕਿਉਂ ਲਾਉਂਦੇ ਸਨ? ਤੀਰ ਲੋਹੇ ਦਾ ਵੀ ਦੁਸ਼ਮਣ ਦੇ ਵੱਜਣਾ ਹੈ ਤੇ ਜੇ ਉਹਨੂੰ ਸੋਨਾ ਲਾ ਦਿਓ ਤਾਂ ਵੀ ਵੱਜਣਾ ਹੈ। ਇਸ ਵਾਸਤੇ ਲਾਉਂਦੇ ਸਨ ਕਿ ਜਿਹੜਾ ਜ਼ਖਮੀ ਹੋ ਜਾਏ ਉਹ ਇਲਾਜ ਕਰਵਾ ਸਕੇ। ਜੇ ਕੋਈ ਤੀਰ ਦੇ ਨਾਲ ਪਰਲੋਕ ਪਿਆਨਾ ਕਰ ਜਾਏ ਤੇ ਉਹਦਾ ਜੋ ਅੰਤਮ ਦਾਹ ਸੰਸਕਾਰ ਹੈ ਉਹਦੀ ਸਮੱਗਰੀ ਦਾ ਪ੍ਰਬੰਧ ਹੋ ਸਕੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਸੋਨਾ ਲਗਾਉਂਦੇ ਸਨ।
ਇੱਕ ਇੱਕ ਤੀਰ ਦੇ ਨਾਲ ਸਵਾ ਸਵਾ ਤੋਲਾ ਜਿਹੜਾ ਸੋਨਾ ਹੈ ਉਹ ਲਗਾਇਆ ਗਿਆ ਹੈ। ਇਤੇ ਆਦਿਕ ਆਯੁਧ ਨਿਤ ਬਣਤੇ ਪਰਖਤ ਗੁਰੂ ਰਖਾਵੇਂ। ਇਸ ਪ੍ਰਕਾਰ ਇਹ ਸ਼ਸਤਰ ਬਣਦੇ ਨੇ ਤੇ ਗੁਰੂ ਜੀ ਪਰਖ ਕੇ ਉਹਨਾਂ ਨੂੰ ਰਖਵਾ ਲੈਂਦੇ ਹਨ ਜੀ। ਕੇਤਕ ਬਖਸ਼ਤ ਹੈ ਕਰ ਸਿੰਘਨ ਸਦਾ ਜੰਗ ਮਨ ਪਾਵੈ। ਉਹਨਾਂ ਵਿੱਚੋਂ ਕਈ ਹਥਿਆਰ ਸਿੰਘਾਂ ਨੂੰ ਬਖਸ਼ ਦਿੰਦੇ ਸਨ ਜਿਨ੍ਹਾਂ ਦਾ ਮਨ ਸਦਾ ਜੰਗ ਕਰਨੀ ਚਾਹੁੰਦਾ ਸੀ ਜੀ। ਕਥਾ ਸੁਨੋ ਕਹੋ ਤੋ ਮਸਤੀ ਆਸਾ ਸਿੰਘ ਸੋ ਨਾਮੂ। ਮਸੱਦੀ ਤੋਂ ਭਾਵ ਹੈ ਮੁਨਸ਼ੀ। ਇੱਕ ਮੁਨਸ਼ੀ ਸੀ, ਕਹਿੰਦੇ ਉਹਦੀ ਕਥਾ ਸੁਣੋ। ਕਵੀ ਸੰਤੋਖ ਸਿੰਘ ਜੀ ਕਹਿ ਰਹੇ ਨੇ, ਕਹਿੰਦੇ ਜਿਸ ਦਾ ਨਾਮ ਆਸਾ ਸਿੰਘ ਸੀ ਜੀ। ਗੁਰ ਕਰ ਕੀ ਬਹੁ ਕਾਰਜ ਲਾਵੈ ਟੋਕੂ ਲਖੇ ਤਮਾਮੂ। ਉਹ ਗੁਰੂ ਘਰ ਦੀ ਬਹੁਤ ਸੇਵਾ ਚਲਾਉਂਦਾ ਸੀਗਾ। ਉਹਦਾ ਕੰਮ ਸੀ ਕਿ ਗੁਰੂ ਘਰ ਦੀਆਂ ਸਾਰੀਆਂ ਹੁੰਡੀਆਂ ਲਿਖਦਾ ਸੀ ਜੀ। ਤਿਸ ਦੇ ਗਰੰਕ ਸੇਖੇਤ ਜਾਚਤ ਕੰਨਿਆ ਬਿਆਹਨ ਜੋਗਾ। ਉਸ ਪਾਸੋਂ ਇੱਕ ਗਰੀਬ ਸਿੱਖ ਜਿਹੜਾ ਸੀ ਉਹ ਪੈਸੇ ਮੰਗਣ ਲੱਗਾ। ਜਾਚਨਾ ਹੁੰਦਾ ਹੈ ਮੰਗਣਾ, ਤੇ ਮੰਗਣ ਵਾਲੇ ਨੂੰ ਜਾਚਕ ਕਹਿੰਦੇ ਹਨ। ਜਾਚਕ ਮੰਗੈ ਦਾਨ ਦੇਹ ਪਿਆਰਿਆ। ਉਹ ਗਰੀਬ ਜਿਹੜਾ ਸੀ ਉਹ ਸਿੱਖ ਉਹ ਆਸਾ ਸਿੰਘ ਤੋਂ ਪੈਸੇ ਮੰਗਣ ਲੱਗਾ ਹੈ। ਕੰਨਿਆ ਵਿਆਹਣ ਜੋਗਾ। ਉਹਨੇ ਆਖਿਆ ਮੇਰੀ ਲੜਕੀ ਵਿਆਹਣ ਦੇ ਯੋਗ ਹੈ ਜੀ। ਗਰਭ ਪੰਚ ਸਹਿਤੇ ਹੋਏ ਕਾਰਜ ਮੁਝ ਚਿਤ ਚਿੰਤਾ ਰੋਕਾ। ਉਹ ਕਹਿਣ ਲੱਗਾ ਵੀ ਮੇਰਾ ਜਿਹੜਾ ਚਿੱਤ ਹੈ ਨਾ ਇਹਦੇ ਵਿੱਚ ਚਿੰਤਾ ਦਾ ਰੋਗ ਲੱਗਾ ਹੋਇਆ ਵਾ, ਵੀ ਮੈਂ ਪ੍ਰਬੰਧ ਕਿੱਦਾਂ ਕਰਾਂਗਾ। ਹੋਰ ਕਿਤੇੋਂ ਮੈਨੂੰ ਆਸ ਨਹੀਂ, ਤੇਰੀ ਆਸ ਤੱਕ ਕੇ ਆਇਆ ਵਾਂ ਤੇ 500 ਰੁਪਏ ਦੇ ਨਾਲ ਮੇਰਾ ਕਾਰਜ ਹੋ ਜਾਵੇਗਾ ਜੀ। ਤੁਝ ਤੇ ਹੋਏ ਉਪਕਾਰ ਕਰੋ ਇਹੋ ਸੁਣ ਸੁਣ ਅਰ ਲਖ ਦੀਨਾ। ਜੇ ਤੇਰੇ ਪਾਸੋਂ ਇਹ ਉਪਕਾਰ ਹੋ ਸਕਦਾ ਹੈ ਤਾਂ ਜ਼ਰੂਰ ਕਰੋ। ਉਹ ਗਰੀਬ ਸਿੱਖ ਨੇ ਬੇਨਤੀ ਕੀਤੀ। ਇਹ ਬੇਨਤੀ ਹੈ ਇੱਕ ਗਰੀਬ ਸਿੱਖ ਦੀ। ਸੁਣ ਸੁਣ ਅਰ ਲੱਖ ਦੀਨਾ। ਇਹ ਸੁਣ ਅਤੇ ਗਰੀਬ ਵੇਖ ਕਰਕੇ ਜੀ। ਆਸਾ ਸਿੰਘ ਤੇ ਆਇਓਰ ਕਰਕੇ ਤਹਿ ਟੋਕੂ ਲਖ ਦੀਨਾ। ਤੇ ਜਦੋਂ ਉਸ ਗਰੀਬ ਨੇ ਵਾਸਤਾ ਪਾਇਆ ਨਾ ਤੇ ਭਾਈ ਆਸਾ ਸਿੰਘ ਦੇ ਮਨ ਦੇ ਵਿੱਚ ਦਇਆ ਆ ਗਈ ਹੈ। ਕਹਿੰਦੇ ਦਇਆ ਧਾਰਨ ਕਰਕੇ ਉਹਨੇ ਇੱਕ ਹੁੰਡੀ ਲਿਖ ਦਿੱਤੀ ਜੀ। ਸੋ ਲੈ ਗਇਓ ਜਹਾਂ ਪਰ ਭੇਜਾ ਲੈ ਪੰਚ ਸਹਿ ਜਾਈ। ਗੁਰੂ ਘਰ ਦੇ ਵਿੱਚੋਂ ਨਾ ਸ਼ਰਧਾਲੂ ਜਿਹੜੇ ਅਮੀਰ ਸਿੱਖ ਹੁੰਦੇ ਸਨ ਉਹਨਾਂ ਦੇ ਨਾਂ ਤੇ ਹੁੰਡੀਆਂ ਲਿਖ ਦਿੱਤੀਆਂ ਜਾਂਦੀਆਂ ਸਨ ਕਿ ਇਹ ਸੇਵਕ ਆਏਗਾ ਤੇ ਉਹਨੂੰ ਤੁਸੀਂ ਇੰਨੇ ਪੈਸੇ ਦੇ ਦੇਣੇ ਆ। ਤੇ ਉਹ ਗੁਰੂ ਸਾਹਿਬ ਜੀ ਤੋਂ ਪੁੱਛਿਆ ਹੀ ਨਹੀਂ ਹੈ ਤੇ ਆਸਾ ਸਿੰਘ ਨੇ ਹੁੰਡੀ ਲਿਖ ਦਿੱਤੀ ਹੈ। ਉਹ ਹੁੰਡੀ ਜਿਹੜੀ ਹੈ ਉਹ ਦਇਆ ਕਰਕੇ ਲਿਖੀ ਹੈ। ਸੋ ਲੈ ਗਇਓ ਜਹਾਂ ਪਰ ਭੇਜਾ। ਤੇ ਉਹ ਸਿੱਖ ਫਿਰ ਹੁੰਡੀ ਲੈ ਕੇ ਉਸ ਸਥਾਨ ਤੇ ਚਲਾ ਗਿਆ ਜਿੱਥੇ ਉਸ ਨੂੰ ਭੇਜਿਆ ਸੀ ਜੀ। ਉਤੋ ਰੰਗ ਤਨ ਵਿਆਹ ਕਰਿਓ ਤਬ ਕੰਨਿਆ ਸਦਨ ਉਠਾਈ। ਵਿਚਾਰਾ ਗਰੀਬ ਸੀ ਸਿੱਖ। ਉਹਨੇ ਆਪਣੀ ਲੜਕੀ ਦਾ ਵਿਆਹ ਕਰ ਦਿੱਤਾ। ਉਥੋਂ ਪੈਸੇ ਲੈ ਕੇ ਹੁੰਡੀ ਦੇ ਤੇ ਲੜਕੀ ਘਰ ਵਿੱਚੋਂ ਸਹੁਰੇ ਘਰ ਨੂੰ ਤੋਰ ਦਿੱਤੀ ਜੀ।
ਤੈ ਮਾਸ ਖਟ ਸੋ ਸਿਖ ਆਇਓ ਗੁਰ ਦਰਸ਼ਨ ਕੋ ਕੀਨਾ। ਬਿਤੇ ਮਾਸ ਤੋਂ ਭਾਵ ਹੈ ਖਟ। ਖਟ ਕਹਿੰਦੇ 6 ਨੂੰ। 6 ਮਹੀਨੇ ਬੀਤ ਗਏ ਤੇ ਉਹ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ ਜੀ। ਤੋ ਤਰਿਓ ਆਪਨੇ ਭੇਜਿਓ ਮੈਂ ਪੰਚ ਸੈ ਤਿਸ ਦੀਨਾ। ਤੇ ਉਹਨੇ ਆ ਕੇ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ, ਜਿਸ ਸਿੱਖ ਨੂੰ ਆਪ ਜੀ ਨੇ ਭੇਜਿਆ ਸੀ ਮੈਂ ਉਸ ਸਿੱਖ ਨੂੰ 500 ਰੁਪਏ ਦੇ ਦਿੱਤੇ ਸਨ ਜੀ। ਪ੍ਰਭ ਤਬ ਕਹਿਓ ਨਾ ਹਮ ਤੇ ਭੇਜਾ ਕਿਨੇ ਲਿਖਿਓ ਪਠਾਇਓ। ਤਾਂ ਸਤਿਗੁਰੂ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਵੀ ਅਸੀਂ ਤੇ ਨਹੀਂ ਭੇਜਿਆ ਕਿਸੇ ਸਿੱਖ ਨੂੰ, ਅਸੀਂ ਤਾਂ ਲਿਖ ਕੇ ਭੇਜਿਆ ਹੀ ਨਹੀਂ। ਤੇ ਵਾਕਈ ਗੁਰੂ ਸਾਹਿਬ ਨੇ ਲਿਖਿਆ ਹੀ ਨਹੀਂ ਸੀ। ਤੇ ਗੁਰੂ ਸਾਹਿਬ ਕਹਿਣ ਲੱਗੇ ਕਿ ਇਹ ਕਿਸ ਨੇ ਲਿਖ ਕੇ ਭੇਜਿਆ ਹੈ ਜੀ। ਆਸਾ ਸਿੰਘ ਕੇ ਹਾਥ ਮੋਹਰ ਹੈ ਜਬ ਐਸੇ ਲਖ ਪਾਇਓ। ਤੇ ਫਿਰ ਗੁਰੂ ਸਾਹਿਬ ਜੀ ਕਹਿਣ ਲੱਗੇ ਜਿਹੜੀ ਮੋਹਰ ਹੈ ਉਹ ਤੇ ਆਸਾ ਸਿੰਘ ਦੇ ਪਾਸ ਹੈ, ਉਹੀ ਐਸੇ ਕੰਮ ਕਰ ਸਕਦਾ ਹੈ, ਉਹੀ ਐਸਾ ਲਿਖ ਸਕਦਾ ਹੈ ਜੀ। ਕੁਸ ਰਿਸ ਤਰ ਗੁਰ ਕਹਿਓ ਕਹੇ ਬਿਨੇ ਕਿਉ ਲਿਖਿਓ ਪਠਾਇਓ। ਗੁਰੂ ਜੀ ਗੁੱਸੇ ਵਿੱਚ ਆ ਗਏ ਤੇ ਉਹਨਾਂ ਨੇ ਆਖਿਆ ਵੀ ਕਹਿਣ ਤੋਂ ਬਗੈਰ ਇਹ ਹੁੰਡੀ ਕਿਉਂ ਲਿਖ ਕੇ ਭੇਜੀ ਹੈ ਜੀ। ਦਇਓ ਆਪ ਹੀ ਦਰਬ ਪੰਚ ਸੈ ਕੈਸੇ ਖੋਟ ਕਮਾਇਓ। ਆਪਣੇ ਆਪ ਹੀ 500 ਰੁਪਏ ਦਾ ਧਨ ਦੇ ਦਿੱਤਾ ਹੈ, ਇਹ ਕੈਸਾ ਖੋਟ ਕਮਾਇਆ ਹੈ ਜੀ। ਇਮ ਗੁਰ ਤੇ ਸੁਨਿਆ ਸਾ ਸਿੰਘ ਢਿਗ ਕੈ ਸਿੱਖ ਖਬਰ ਬਤਾਈ। ਜਦੋਂ ਗੁਰੂ ਸਾਹਿਬ ਜੀ ਗੁੱਸੇ ਵਿੱਚ ਆ ਕੇ ਬਚਨ ਕਰ ਰਹੇ ਸਨ ਤੇ ਕਿਸੇ ਸਿੱਖ ਨੇ ਸੁਣ ਕੇ ਭਾਈ ਆਸਾ ਸਿੰਘ ਦੇ ਘਰ ਜਾ ਕੇ ਉਸ ਨੂੰ ਇਹ ਖਬਰ ਦਿੱਤੀ ਹੈ ਜੀ। ਦਰਦ ਮਾਰ ਤੇ ਬਾਜ ਗਇਓ ਤਬ ਨਿਜ ਕਰ ਬਿਕੈਤ ਦਾਈ। ਤੇ ਕਹਿੰਦੇ ਉਹ ਆਸਾ ਸਿੰਘ ਜਿਹੜਾ ਸੀ ਉਹ ਡਰਦਾ ਮਾਰਾ ਭੱਜ ਗਿਆ। ਕਹਿੰਦੇ ਜਾ ਕਰਕੇ ਉਹ ਘਰ ਦੇ ਵਿੱਚ ਲੁਕ ਗਿਆ ਜੀ। ਕੀਤਕ ਦਿਨ ਮੈਂ ਤਿਨ ਅਰਜੀ ਲਿਖ ਸਤਿਗੁਰ ਨਿਕਟ ਪਠਾਈ। ਤੇ ਕੁਝ ਦਿਨਾਂ ਬਾਅਦ ਉਹਨੇ ਇੱਕ ਬੇਨਤੀ ਪੱਤਰ ਲਿਖਿਆ ਹੈ ਤੇ ਉਹ ਬੇਨਤੀ ਲਿਖ ਕੇ ਸਤਿਗੁਰੂ ਜੀ ਦੇ ਪਾਸ ਭੇਜੀ ਹੈ ਜੀ। ਲਿਖੇ ਦੋਹਰੇ ਵਿੱਚ ਬਣਾਈ ਕੈ ਸੋ ਮੈਂ ਦੇਹੁ ਸੁਣਾਈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਕਿ ਉਹ ਦੋਹਰੇ ਵਿੱਚ ਬਣਾ ਕੇ ਉਹਨੇ ਬੇਨਤੀ ਲਿਖੀ, ਉਹ ਮੈਂ ਆਸਾ ਸਿੰਘ ਦੀ ਬੇਨਤੀ ਤੁਹਾਨੂੰ ਸੁਣਾ ਦਿੰਦਾ ਹਾਂ ਜੀ। ਮੁਖ ਕਾਰਾ ਮੇਰੋ ਕਰੈ ਕਰਤ ਨ ਪਰ ਉਪਕਾਰ। ਇਹ ਉਹਨੇ ਕਲਮ ਦੀ ਗੱਲ ਕੀਤੀ ਹੈ ਆਸਾ ਸਿੰਘ ਨੇ। ਕਲਮ ਕਹਿੰਦੀ ਹੈ, ਕਹਿੰਦੀ ਜੇ ਮੇਰਾ ਮੂੰਹ ਕਾਲਾ ਕਰਦਾ ਹੈ ਤੇ ਪਰਉਪਕਾਰ ਨਹੀਂ ਕਰਦਾ ਜੀ। ਕਿਸ ਕੋ ਮੈਂ ਫਿਰ ਕਰੂੰਗੀ ਪਲਟਾਇਓ ਦਰਬਾਰ। ਤਿਸ ਕੋ ਮੈਂ ਫਿਰ ਕਰੂੰਗੀ ਦਰਬਾਰ ਦੇ ਵਿੱਚ ਮੈਂ ਵੀ ਉਸ ਦਾ ਮੂੰਹ ਕਾਲਾ ਕਰਾਂਗੇ ਜੀ। ਫਟ ਸਾਤੇ ਦੋ ਟੁਕ ਪਾਈ ਰੁਦਨ ਕਰਤ ਲਿਖ ਜਾਤ। ਜਦੋਂ ਆਪਾਂ ਕਾਨਾ ਲੈਨੇ ਆ ਨਾ, ਗੇਠਕ ਕਾਨੇ ਦਾ ਟੁਕੜਾ, ਉਹਨੂੰ ਫਿਰ ਅੱਗੋਂ ਥੋੜਾ ਜਿਹਾ ਕੱਟ ਦੇਨੇ, ਫਿਰ ਉਹਦੀ ਛਾਤੀ ਚੀਰ ਦੇਨੇ ਆ। ਫਟ ਛਾਤੀ ਦੋ ਟੁਕ ਪਈ, ਉਹ ਦੋ ਟੁਕੜੇ ਕਰ ਦਿੱਤਾ, ਉਹਨੂੰ ਅਸੀਂ ਅੱਗੋਂ ਤਿੱਖਿਆ ਕਰਦੇ ਆ। ਕਈ ਵਾਰੀ ਲਿਖ ਕੇ ਵੀ ਵੇਖਦੇ ਆ, ਜੇ ਠੀਕ ਨਾ ਲੱਗੇ ਫਿਰ ਆਪਾਂ
ਫੜ ਕੇ ਚਾਕੂ ਕਰਦ, ਬਾਅਦ ਵਿੱਚ ਫਿਰ ਬਲੇਡ ਚੱਲ ਪਈ। ਉਹਦੇ ਨਾਲ ਅਸੀਂ ਉਹਨੂੰ ਬੜਾ ਆਪਣੇ ਵੱਲੋਂ ਸਵਾਰਦੇ ਹਾਂ, ਤੇ ਉਹ ਕਹਿੰਦੀ ਵੀ ਮੇਰੇ ਤੇ 2 ਟੁਕੜੇ ਕਰ ਦਿੱਤੇ। ਰੁਦਨ ਕਰਤ ਲਿਖ ਜਾਤ, ਮੈਂ ਰੋਂਦੀ ਹੋਈ ਲਿਖੀ ਜਾਂਦੀ ਹਾਂ ਜੀ। ਬਰਸਾਂ ਵਾਰਥ ਉਪਕਾਰ ਬਿਨ ਮੋਹੇ, ਨਾ ਉਪਜਤ ਸਾਤ। ਕਹਿੰਦੇ ਮੈਂ ਉਪਕਾਰ ਇਹ ਲਿਖਦੀ ਆ, ਤੇ ਫਿਰ ਹੀ ਮੈਨੂੰ ਸ਼ਾਂਤੀ ਨਸੀਬ ਹੁੰਦੀ ਹੈ। ਭਾਵੇਂ ਮੇਰਾ ਮੂੰਹ ਕਾਲਾ ਕਰ ਦਿੱਤਾ, ਪਰ ਫਿਰ ਵੀ ਮੈਂ ਲਿਖਦੀ ਐ ਉਪਕਾਰ ਵਾਸਤੇ, ਕਿਉਂਕਿ ਇਸ ਤੋਂ ਬਿਨਾ ਮੈਨੂੰ ਮੋਹੇ ਨਾ ਉਪਜਤ ਸ਼ਾਂਤ, ਮੈਨੂੰ ਸ਼ਾਂਤੀ ਨਸੀਬ ਨਹੀਂ ਹੁੰਦੀ ਜੀ। ਐਸੇ ਕਲਮ ਕਹਿਤ ਸਭ ਸਾਥ, ਸੋ ਪਰਕਾਈ ਗੁਰ ਮੋਹਿ ਹਾਥ। ਇਸ ਪ੍ਰਕਾਰ ਕਲਮ ਸਾਰਿਆਂ ਨੂੰ ਕਹਿੰਦੀ ਹੈ, ਤੇ ਉਹ ਕਲਮ ਗੁਰੂ ਜੀ ਨੇ ਮੇਰੇ ਹੱਥ ਵਿੱਚ ਫੜਾਈ ਸੀ ਜੀ। ਗੁਰ ਕੀ ਆਨ ਜਬੇ ਸਿੱਖ ਕੀਨੀ, ਸਹੀ ਨਾ ਮੈਂ ਚਿੱਠੀ ਲਿਖ ਦੀਨੀ। ਜਿਹਦੇ ਨਾਲ ਹੁੰਡੀ ਲਿਖੀ ਹੈ। ਹੁਣ ਆਸਾ ਸਿੰਘ ਕਲਮ ਦੀ ਗੱਲ ਕਰਕੇ ਫਿਰ ਉਸ ਗੱਲ ਵੱਲ ਆ ਰਹੇ। ਕਹਿੰਦੇ ਉਹ ਕਲਮ ਮੇਰੇ ਹੱਥ ਵਿੱਚ ਗੁਰੂ ਜੀ ਨੇ ਫੜਾਈ ਸੀ, ਮੈਨੂੰ ਇਹ ਕਾਰਜ ਸੌਂਪਿਆ ਸੀਗਾ। ਜਦ ਉਸ ਸਿੱਖ ਨੇ ਗੁਰੂ ਜੀ ਦਾ ਵਾਸਤਾ ਪਾਇਆ ਤਾਂ ਮੈਂ ਬਰਦਾਸ਼ਤ ਨਾ ਕਰ ਸਕਿਆ। ਮੈਂ ਹੁੰਡੀ ਲਿਖ ਕੇ ਦੇ ਦਿੱਤੀ ਜੀ। ਸਰਬ ਲక్ష్ਮੀ ਜਗਤ ਤੁਮਾਰੀ, ਪੁੰਜਤ ਹੈ ਸ੍ਰਿਸ਼ਟੀ ਸਾਰੀ। ਤੇ ਫਿਰ ਆਸਾ ਸਿੰਘ ਲਿਖਦਾ ਹੈ, ਸਤਿਗੁਰੂ ਜੀ ਜਗਤ ਦੀ ਸਾਰੀ ਲక్ష్ਮੀ ਜਿਹੜੀ ਉਹ ਤੁਹਾਡੀ ਹੈ, ਸਾਰੀ ਮਾਇਆ ਤੁਹਾਡੀ ਹੈ। ਇਹ ਸਾਰੀ ਸ੍ਰਿਸ਼ਟੀ ਤੁਹਾਡਾ ਦਿੱਤਾ ਹੀ ਖਾਂਦੀ ਹੈ ਜੀ। ਇਤਿਆਦ ਕਲਿਕ ਬਨੇ ਪਠਾਈ, ਸੁਨਤ ਪ੍ਰਸੰਤ ਪਏ ਗੋਸਾਈ। ਇਸ ਪ੍ਰਕਾਰ ਲਿਖ ਕੇ ਆਸਾ ਸਿੰਘ ਮੁਨਸ਼ੀ ਨੇ ਇਹ ਬੇਨਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਭੇਜੀ ਹੈ ਜੀ। ਦੇਹ ਬੁਲਾਏ ਪੁਨ ਪਾਗ ਬੰਦਾਈ, ਦਈ ਪ੍ਰਥਮ ਸੰਕਾਰ ਤਦਾਈ। ਜਦੋਂ ਗੁਰੂ ਜੀ ਨੇ ਪੜ੍ਹਿਆ ਤੇ ਬੜੇ ਪ੍ਰਸੰਨ ਹੋਏ, ਤੇ ਫਿਰ ਗੁਰੂ ਸਾਹਿਬ ਜੀ ਨੇ ਆਸਾ ਸਿੰਘ ਨੂੰ ਬੁਲਾ ਕੇ ਉਹਨੂੰ ਦਸਤਾਰ ਬਣਵਾਈ ਹੈ। ਤੇ ਉਹ ਪਹਿਲਾਂ ਵਾਲਾ ਜਿਹੜਾ ਕੰਮ ਸੀ ਉਹ ਉਹਨੂੰ ਸੌਂਪਣਾ ਕੀਤਾ ਹੈ। ਪਹਿਲਾਂ ਵਾਂਗੂ ਕੰਮ ਕਾਜ ਦੇ ਦਿੱਤਾ ਜੀ। ਇਸ ਪ੍ਰਕਾਰੇ ਕਹੁ ਤੋ ਲਿਖਾਰੀ, ਸੈਨਾ ਜਿਸ ਕੋ ਨਾਮ ਉਚਾਰੀ। ਕਹਿੰਦੇ ਇਸ ਪ੍ਰਕਾਰ ਇੱਕ ਲਿਖਾਰੀ ਸੀ, ਸੈਨਾ ਜਿਸ ਦਾ ਨਾਮ ਲੈਂਦੇ ਸਨ ਜੀ। ਕੁਛ ਖਤਾ ਤਿਸ ਕੇ ਜਬ ਹੋਈ, ਪਾਜ ਗਇਓ ਪੁਨ ਆਏ ਨ ਸੋਈ। ਜਦ ਉਸ ਪਾਸੋਂ ਕੁਝ ਗਲਤੀ ਹੋ ਗਈ ਤੇ ਉਹ ਭੱਜ ਗਿਆ, ਉਹ ਮੁੜ ਕੇ ਵਾਪਸ ਨਾ ਆਇਆ ਜੀ। ਸੁੰਦਰ ਵਰਨ ਲਿਖੇ ਚਿਤ ਆਇਓ, ਸਿਰ ਗੁਰ ਤਿਸ ਕੋ ਬੋਲ ਪਠਾਇਓ। ਇੱਕ ਦਿਨ ਉਹ ਚੇਤਾ ਆਇਆ ਉਸ ਨੂੰ ਕਿ ਗੁਰੂ ਜੀ ਸਾਹਮਣੇ ਉਹ ਸੁੰਦਰ ਅੱਖਰ ਲਿਖਦਾ ਸੀ। ਤੇ ਗੁਰੂ ਜੀ ਦੀ ਕਿਰਪਾ ਹੋਈ, ਜਦੋਂ ਉਹਨੇ ਗੁਰੂ ਦਾ ਧਿਆਨ ਧਰਿਆ, ਸਤਿਗੁਰੂ ਜੀ ਨੇ ਉਸ ਨੂੰ ਬੁਲਾਇਆ ਜੀ। ਨਿਜ ਸੰਬੰਧੀਆਂ ਕੋ ਮਿਲ ਗਇਓ, ਆਇਓ ਨਹੀਂ ਤਰਾਸਿਓ ਰਪਇਓ। ਉਹ ਆਪਣੇ ਸੰਬੰਧੀਆਂ ਨੂੰ ਮਿਲ ਗਿਆ ਤੇ ਹਿਰਦੇ ਵਿੱਚ ਡਰਦਾ ਹੋਇਆ ਫਿਰ ਵਾਪਸ ਨਹੀਂ ਆਇਆ ਜੀ। ਮੈਂ ਆਵਨ ਕੇ ਹੇਤ ਬਹਾਨਾ, ਲਿਖ ਕਰ ਦੋਹਾ ਪਠਿਓ ਬਖਾਨਾ। ਤੇ ਆਉਣ ਵਾਸਤੇ ਵੀ ਕੋਈ ਬਹਾਨਾ ਨਹੀਂ ਸੀ ਮਿਲਦਾ। ਦੋਹਰਾ ਲਿਖ ਕੇ ਉਸ ਨੇ ਭੇਜਿਆ ਜੀ। ਜਬ ਤੇ ਪ੍ਰਭ ਤੇ ਵੀ ਸੁਰੇ,
ਕਯੋ ਕ੍ਰਿਸ਼ ਕੋ ਠਾਟ। ਜਦ ਦੇ ਵੀ ਅਸੀਂ ਸਤਿਗੁਰੂ ਜੀ ਪਾਸੋਂ ਵਿਛੜੇ ਹਾਂ ਤੇ ਖੇਤੀ ਕਰਨ ਲੱਗ ਪਏ ਹਾਂ ਜੀ। ਰਿਖ ਫਨ ਸੰਗਤ ਹਮ ਕਰੀ ਭਏ ਜਾਟ ਕੇ ਜਾਟ। ਕਹਿੰਦੇ ਬਲਦਾਂ ਦੀ ਅਸੀਂ ਹੁਣ ਸੰਗਤ ਕਰ ਲਈ ਹੈ ਤੇ ਹਲ ਵਾਹੁੰਦੇ ਆ, ਜ਼ਮੀਨ ਵਿੱਚ ਕੰਮ ਕਰਦੇ ਆ ਤੇ ਜੱਟਾਂ ਦੇ ਜੱਟ ਹੋ ਗਏ ਹਾਂ। ਇਸ ਤਰ੍ਹਾਂ ਉਹਨੇ ਵੀ ਲਿਖ ਕੇ ਭੇਜਿਆ। ਬਣਾਉਤ ਬਣਾ ਕੇ ਗੁਰੂ ਜੀ ਵੱਲ ਭੇਜਿਆ ਕਿ ਮੈਂ ਹੁਣ ਆਪਣੇ ਕੰਮ ਵਿੱਚ ਲੱਗ ਗਿਆ ਹਾਂ ਤੇ ਮੈਂ ਆਪ ਜੀ ਦੇ ਦਰਸ਼ਨ ਕਰਨ ਨਹੀਂ ਆਇਆ, ਕਿਰਪਾ ਕਰਿਓ ਮੈਨੂੰ ਬਖਸ਼ ਲਿਓ। ਇਸ ਤਰ੍ਹਾਂ ਕਵੀ ਜੀ ਨੇ ਇਹ ਆਸਾ ਸਿੰਘ ਦੀ ਤੇ ਸੈਣਾ ਸਿੰਘ ਦੀ ਜੋ ਕਥਾ ਹੈ ਉਹ ਬਿਆਨ ਕੀਤੀ ਹੈ। ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਥਾ ਆਰੰਭ ਹੁੰਦੀ ਹੈ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਲੀ ਤਨ ਤਨ ਬੈਸ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਹੁਤ ਬਲਵਾਨ ਸਨ ਤੇ ਉਹਨਾਂ ਦੀ ਹਾਲੇ ਜਵਾਨੀ ਦੀ ਉਮਰ ਸੀ ਜੀ। ਦਿਨ ਪ੍ਰਤ ਬ੍ਰਿਤ ਤਤ ਖਾਲਸਾ ਦੂਜ ਚੰਦ ਨਭ ਜੈਸ। ਦਿਨ ਰਾਤ ਖਾਲਸਾ ਵੱਧਦਾ ਜਾਂਦਾ ਸੀ, ਜਿਵੇਂ ਆਕਾਸ਼ ਵਿੱਚ ਦੂਜ ਦਾ ਚੰਦ ਵੱਧਦਾ ਹੈ ਜੀ। ਇੱਕ ਦਿਨ ਸ੍ਰੀ ਗੁਜਰੀ ਗੁਰ ਮਾਤਾ ਰਾਤ ਪਈ ਜਲ ਬਿਮਲ ਸਨਾਤਾ। ਇੱਕ ਦਿਨ ਗੁਰੂ ਸਾਹਿਬ ਜੀ ਦੇ ਪੂਜਨੀਕ ਮਾਤਾ ਜੀ ਮਾਤਾ ਗੁਜਰੀ ਜੀ ਨੇ ਸਵੇਰੇ ਸਵਖਤੇ ਕੋਮਲ ਜਲ ਦੇ ਨਾਲ ਇਸ਼ਨਾਨ ਕੀਤਾ ਜੀ। ਪ੍ਰਥਮ ਪਠਾ ਕਰ ਜਪ ਜੀ ਕੇਰਾ ਅਪਰ ਪੜੀ ਗੁਰਬਾਣੀ ਫੇਰਾ। ਸਭ ਤੋਂ ਪਹਿਲਾਂ ਮਾਤਾ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਫਿਰ ਹੋਰ ਗੁਰਬਾਣੀ ਦਾ ਪਾਠ ਕੀਤਾ ਜੀ। ਹੁਣ ਸੁਖਮਨੀ ਪਾਠ ਕੋ ਕਰਤੇ ਸਹਿਤ ਸੁਭਾਇਕ ਸ੍ਰੀ ਗੁਰ ਫਿਰਤੇ। ਫਿਰ ਸੁਖਮਨੀ ਸਾਹਿਬ ਦਾ ਪਾਠ ਕਰਦੇ ਸਨ ਤੇ ਸਹਿ ਸੁਭਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਧਰ ਵਿਚਰ ਰਹੇ ਸਨ ਜੀ। ਸਾਦਰ ਤਬ ਹੀ ਨਿਕਟ ਬਿਠਾਏ ਆਪ ਪਠਤ ਬਾਣੀ ਚਿਤ ਲਾਏ। ਤੇ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਨੂੰ ਆਪਣੇ ਕੋਲ ਬਿਠਾਇਆ ਤੇ ਆਪ ਮਾਤਾ ਜੀ ਚਿਤ ਲਾ ਕੇ ਬਾਣੀ ਪੜ੍ਹਦੇ ਰਹੇ ਜੀ। ਚਹਤ ਸੁਰੇ ਵੈਰਾਗ ਉਪਾਈ ਪਠਤ ਪਠਤ ਹੈ ਤੁਕ ਮੁਖ ਆਈ। ਕਹਿਣ ਲੱਗੇ ਵੈਰਾਗਵਾਨ ਹੋ ਕੇ ਮੁਕਤੀ ਦੀ ਇੱਛਾ ਕਰ ਰਹੇ ਸਨ ਤੇ ਪੜ੍ਹਦਿਆਂ ਪੜ੍ਹਦਿਆਂ ਇਹ ਤੁਕ ਅੱਗੇ ਆਈ ਜੀ। ਤੈਸਾ ਸਰਵਨ ਤੈਸੀ ਉਸ ਮਾਟੀ ਤੈ ਕਾਇ ਅੰਮ੍ਰਿਤ ਤੈਸੀ ਬਿਖ ਖਾਟੀ। ਇਹ ਜਿਹੜੀ ਪੰਕਤੀ ਆਈ 274 ਅੰਗ ਦੇ ਉੱਤੇ, ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਜਿਹੋ ਜਿਹਾ ਉਸ ਨੂੰ ਸੋਣਾ ਹੈ ਉਹ ਜਿਹੀ ਉਸ ਲਈ ਮਿੱਟੀ ਹੈ, ਉੱਚੀ ਅਵਸਥਾ ਵਾਲੇ ਮਨੁੱਖ ਦੀ ਇੱਥੇ ਜ਼ਿਕਰ ਕੀਤਾ ਗਿਆ। ਉਸ ਲਈ ਉਹੋ ਜਿਹੀ ਅੰਮ੍ਰਿਤ ਹੈ ਤੇ ਉਹੋ ਜਿਹੀ ਖੱਟੀ ਜ਼ਹਿਰ ਹੈ। ਭਾਵ ਉਹਦੀ ਅਵਸਥਾ ਇੱਕ ਸਮਾਨ ਰਹਿੰਦੀ ਹੈ ਜੀ। ਇਸ ਕੋ ਅਰਥ ਵਿਚਾਰਿਓ ਮਾਈ ਹੁਨੇ ਪਤਰ ਸੰਗ ਗਿਰਾ ਅਲਾਈ। ਮਾਤਾ ਜੀ ਨੇ ਇਸ ਤੁਕ ਦੇ ਅਰਥਾਂ ਨੂੰ ਵਿਚਾਰਿਆ ਤੇ ਫਿਰ ਆਪਣੇ ਪੁੱਤਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿਣ ਲੱਗੀ ਹੈ ਜੀ। ਏ ਸੁਤ ਸਭ ਬਲ ਗਿਆਤਾ ਮਾਨ ਹਾਥ ਬਦਰ ਸਮ ਬਿਦਤ ਜਹਾਨ। ਕਹਿਣ ਲੱਗੀ ਹੈ ਪੁੱਤਰ ਤੁਸੀਂ ਹਰ ਪ੍ਰਕਾਰ ਗਿਆਨਵਾਨ ਹੋ, ਤੁਹਾਡੇ ਹੱਥ ਤੇ ਧਰੇ ਬੇਰ ਵਾਂਗ ਸਾਰਾ ਜਹਾਨ ਆਪ ਉੱਤੇ ਰੋਸ਼ਨ ਹੈ ਜੀ। ਊਚ ਸੁਨੀਚ ਰੰਗ ਕੈ ਰਾਜਾ
ਸਾਧ ਅਸਾਧ ਲਖੋ ਸਭ ਭਾਜਾ। ਊਚ ਨੀਚ ਰਾਜਾ ਜਾਂ ਮੰਗਤਾ, ਸਾਧ ਜਾਂ ਅਸਾਧ, ਸਾਰਿਆਂ ਦੇ ਭਾਜ ਨੂੰ ਤੁਸੀਂ ਜਾਣਦੇ ਹੋ ਜੀ। ਇਨ ਤੁਕ ਹਨ ਮੈਂ ਜੋ ਬਪਿਆਰਿਆ, ਹਰ ਕ ਸੋਗ ਰਹਿਨੋ ਇਕ ਪਾਏ। ਇਹਨਾਂ ਤੁਕਾਂ ਵਿੱਚ ਲੁਕਿਆ ਜੋ ਤਤ ਸਾਰ ਹੈ, ਜਿਹੜੇ ਦੁੱਖ ਸੁੱਖ ਵਿੱਚ ਇੱਕ ਪ੍ਰਕਾਰ ਹੀ ਰਹਿੰਦੇ ਹਨ ਜੀ। ਇਸ ਪ੍ਰਕਾਰ ਕੋ ਸੰਤ ਬਿਸਾਲਾ, ਮੋਕੋ ਦਿਖ ਰਾਵੋ ਕਿਸ ਕਾਲਾ। ਮਾਤਾ ਜੀ ਕਹਿਣ ਲੱਗੇ ਗੁਰੂ ਸਾਹਿਬ ਜੀ ਨੂੰ ਕਿ ਇਸ ਤੁਕ ਦੇ ਵਿੱਚ ਜੋ ਇਸ ਪ੍ਰਕਾਰ ਦਾ ਕੋਈ ਵੱਡਾ ਸੰਤ ਬਿਆਨਿਆ ਗਿਆ ਹੈ, ਕਿਸੇ ਸਮੇਂ ਮੈਨੂੰ ਐਸੇ ਸੰਤ ਦੇ ਦਰਸ਼ਨ ਕਰਵਾਓ ਜੀ। ਧੁੰਦਨ ਮੈਂ ਜਿਸ ਬ੍ਰਿਤੀ ਸਮਾਨ, ਮਾਨ ਅਮਾਨ ਅਸੁਖ ਸੁਖ ਜਾਨ। ਦੁੱਖ ਸੁੱਖ ਹਰਖ ਸੋਗ ਮਾਨ ਅਪਮਾਨ ਵਿੱਚ ਜਿਹੜਾ ਬ੍ਰਿਤੀ ਨੂੰ ਸੁਰਤ ਨੂੰ ਇੱਕ ਰਸ ਰੱਖਦਾ ਹੈ ਜੀ। ਹਰਖ ਸੋਖ ਨੇ ਕਬ ਉਪਜੰਤਾ, ਸਦਾ ਏਕ ਰਸ ਕੋ ਨਿਭੰਤਾ। ਜਿਹਨੂੰ ਹਰਖ ਸੋਗ ਕਦੇ ਵੀ ਉਪਜਦਾ ਨਹੀਂ ਹੈ, ਜਿਹੜਾ ਬਿਰਤੀ ਨੂੰ ਇੱਕ ਰਸ ਰੱਖਦਾ ਹੈ ਜੀ। ਜਿਸ ਕੀ ਐਸ ਅਵਸਥਾ ਹੋਏ, ਬੜੇ ਸਾਹਿਬ ਮਨ ਭਰਨੀ ਜੋਏ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਿਆਨ ਕੀਤਾ ਹੈ, ਜਿਸ ਦੀ ਇਸ ਪ੍ਰਕਾਰ ਦੀ ਅਵਸਥਾ ਹੋਵੇ ਜੀ। ਉਜਲ ਹਰ ਬੜ ਭਾਗਾ ਮਾਤਾ, ਕਯੋ ਦਿਖਾਵੋ ਤੇ ਸੁਖ ਤਾਤਾ। ਉਜਲ ਅਤੇ ਵੱਡੇ ਭਾਗਾਂ ਵਾਲੇ ਮਾਤਾ ਜੀ ਨੇ ਕਿਹਾ, ਇਸ ਪ੍ਰਕਾਰ ਦੇ ਸੰਤ ਨੂੰ ਮੈਨੂੰ ਵਿਖਾਵੋ ਜੀ। ਰੁਜਰ ਮਨੋਰਥ ਜਨਨੀ ਕੇਰਾ, ਸੁਨ ਬੋਲੇ ਸਤਿਗੁਰ ਤਿਸ ਬੇਰਾ। ਆਪਣੀ ਜਨਨੀ ਪੂਜਨੀਕ ਮਾਤਾ ਗੁਜਰੀ ਜੀ ਦਾ ਇਹ ਮਨੋਰਥ ਜਾਣ ਕਰਕੇ, ਉਹਨਾਂ ਦੇ ਬਚਨ ਸੁਣ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਕਰਦੇ ਹਨ ਜੀ। ਅਸ ਪਰ ਸੋਤਮ ਸੰਤ ਸੁਚਾਲੀ, ਪਿਖੋਨ ਸੰਸੇ ਹੋਵਤ ਕਾਲੀ। ਐਸੀ ਸ਼੍ਰੇਸ਼ਟ ਰਹਿਤ ਵਾਲਾ ਸੰਤ, ਸੰਸੇ ਤੋਂ ਰਹਿਤ ਹੋ ਕੇ ਕੱਲ ਹੀ ਵੇਖ ਲਵੋ ਜੀ। ਦਰਸ਼ਨ ਕਰਕੇ ਅਜੋ ਆਹਾਰਾ, ਕਰੋ ਪ੍ਰਖੀ ਖਨ ਪਾਵ ਉਦਾਰਾ। ਕਹਿੰਦੇ ਤੁਸੀਂ ਕੱਲ ਦਰਸ਼ਨ ਕਰਕੇ ਹੀ ਲੰਗਰ ਪ੍ਰਸ਼ਾਦ ਛਕਣਾ, ਇਸ ਲਈ ਉਧਾਰ ਭਾਵਨਾ ਦੇ ਨਾਲ ਉਡੀਕ ਕਰੋ ਜੀ। ਐਸਨ ਕਹੋ ਰਜ ਕਰ ਕਰ ਤਾਰਾ, ਲਖੇ ਸਫਲ ਸਿਰਜਨ ਜਗ ਸਾਰਾ। ਪ੍ਰਭੂ ਜੀ ਐਸੇ ਸੰਤਾਂ ਦੀ ਰਚਨਾ ਕਰਕੇ ਇਹ ਸਮਝਦੇ ਹਨ ਕਿ ਜਗ ਦੀ ਜਿਹੜੀ ਸਿਰਜਣਾ ਹੈ ਉਹ ਸਫਲ ਹੋਈ ਹੈ ਜੀ। ਸ਼ੇਖ ਸਾਰਦਾ ਵੇਦ ਬਿਰੰਚ, ਕਰ ਨ ਸਕੇ ਜੇ ਮਹਿਮਾਨੰਚ। ਸ਼ੇਖ ਸਾਰਦਾ ਵੇਦ ਤੇ ਬ੍ਰਹਮਾ, ਜਿਹਦੀ ਥੋੜੀ ਵੀ ਮਹਿਮਾ ਨਹੀਂ ਕਰ ਸਕਦੇ ਜੀ। ਸਮਦਰ ਸੇਖ ਸਰਮਨ ਸਾਤ, ਮਹਾਪੁਰਖ ਪੂਰਨ ਅਵਦਾਤ। ਜਿਹੜੇ ਸਮਦਰਸ਼ੀ ਹਨ, ਜਿਨ੍ਹਾਂ ਦਾ ਮਨ ਇੱਕ ਰਸ ਸ਼ਾਂਤ ਰਹਿੰਦਾ ਹੈ। ਸਾਡੇ ਮਨਾਂ ਦੇ ਵਿੱਚ ਤੇ ਕਈ ਕੁਝ ਚੱਲਦਾ ਰਹਿੰਦਾ ਹੈ, ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਸ਼ਾਂਤ ਰਹਿੰਦੇ ਨੇ। ਉਹ ਮਹਾਂਪੁਰਖ ਪੂਰਨ ਪ੍ਰਭੂ ਵਰਗੇ ਹੁੰਦੇ ਹਨ ਜੀ। ਮਨੋ ਕਾਮਨਾ ਪੂਰਨ ਹੋ, ਨੈ ਸੰਸੈ ਦਰਸ਼ਨ ਕੋ ਜੋ। ਜਿਹੜਾ ਵੀ ਸ਼ੰਕਾ ਰਹਿਤ ਹੋ ਕੇ ਉਹਨਾਂ ਦੇ ਦਰਸ਼ਨ ਕਰਦਾ ਹੈ, ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਜੀ। ਹਿਮ ਕੈ ਸਤਿਗੁਰ ਬਾਹਰ ਆਏ,
जे सब सिखन को समुदाय। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਬਾਹਰ ਆ ਗਏ, ਜਿਹੜੇ ਆਪਣੇ ਸਾਰੇ ਸਿੱਖਾਂ ਵਾਸਤੇ ਸੁਖਦਾਇਕ ਹਨ ਜੀ। ਮਾਤਾ ਭਈ ਪ੍ਰਸੰਨ ਮਹਾਨਾ, ਦੇਖੋ ਸੰਤੋष ਬ੍ਰਿਤੀ ਸਮਾਨਾ। ਤੇ ਮਾਤਾ ਜੀ ਬਹੁਤ ਪ੍ਰਸੰਨ ਹੋ ਗਏ, ਇੱਕ ਸਮਾਨ ਬ੍ਰਿਤੀ ਵਾਲੇ ਸੰਤ ਦੇ ਦਰਸ਼ਨ ਕਰਾਂਗੀ ਐਸਾ ਸੋਚਣ ਲੱਗੇ ਹਨ ਜੀ। ਉਤਕੰਠਾ ਜਿਸ ਕੇ ਉਰ ਏਵੀ, ਜਗਦੀਸ਼ ਕੀ ਜਨਨੀ ਦੇਵੀ। ਐਸੀ ਇੱਛਾ ਜਿਸ ਦੇ ਹਿਰਦੇ ਵਿੱਚ ਪ੍ਰਗਟ ਹੋਈ, ਹਰ ਕਿਸੇ ਦੇ ਅੰਦਰ ਤੇ ਨਹੀਂ ਨਾ ਹੁੰਦੀ ਇਹ ਇੱਛਾ ਪ੍ਰਗਟ। ਬੜੇ ਸੰਸਾਰ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਜਿਹੜੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋਣਗੇ, ਤੇ ਪਾਠ ਕਰਨ ਤੋਂ ਬਾਅਦ ਹਰ ਇੱਕ ਦੇ ਅੰਦਰ ਥੋੜੀ ਇੱਛਾ ਆਈ ਹੋਏਗੀ ਕਿ ਮੈਂ ਐਸੇ ਸੰਤ ਦੇ ਦਰਸ਼ਨ ਕਰਨੇ, ਜਾਂ ਗੁਰੂ ਦੇ ਅੱਗੇ ਆ ਕੇ ਅਰਦਾਸ ਕੀਤੀ ਹੋਏਗੀ ਵੀ ਮੈਨੂੰ ਐਸੇ ਮਹਾਂਪੁਰਸ਼ ਸੰਤ ਦੇ ਦਰਸ਼ਨ ਕਰਾਓ। ਮਾਤਾ ਜੀ ਦੇ ਅੰਦਰ ਇਹ ਲੋਚਾ ਆਈ ਹੈ। ਕਵੀ ਜੀ ਕਹਿੰਦੇ ਕਿ ਦੇਖੋ ਅੰਦਰ ਇਹ ਇੱਛਾ ਜਾਗਣੀ, ਇਹ ਵੀ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਗੁਰੂ ਜੀ ਬਾਹਰ ਆ ਗਏ ਨੇ ਤੇ ਮਾਤਾ ਜੀ ਸੋਚਦੇ ਵੀ ਹੁਣ ਮੈਨੂੰ ਦਰਸ਼ਨ ਹੋਣਗੇ। ਉਹ ਜਗਤ ਦੇ ਮਾਲਕ ਦੇ ਮਾਤਾ ਜੀ ਹਨ ਜਿਨ੍ਹਾਂ ਦੇ ਅੰਦਰ ਐਸੀ ਇੱਛਾ ਆਈ ਹੈ ਜੀ। ਪ੍ਰਥਮ ਮਿਲਿਓ ਸਿਰ ਨਾਨਕ ਸੰਗ, ਭਾਈ ਬੁੱਢਾ ਸੁਮਤ ਓ ਤੰਗ। ਪਹਿਲਾਂ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਿਲਣਾ ਕੀਤਾ ਹੈ ਤੇ ਉਹ ਸਨ ਬਾਬਾ ਬੁੱਢਾ ਸਾਹਿਬ ਜੀ, ਉੱਚੀ ਬੁੱਧੀ ਵਾਲੇ ਹੈ ਸਨ ਬਾਲਕ, ਪਰ ਉਹਨਾਂ ਦੀ ਸੋਚ, ਉਹਨਾਂ ਦੇ ਖਿਆਲ ਬਜ਼ੁਰਗਾਂ ਵਾਲੇ ਸਨ। ਮਾਪਿਆਂ ਨੇ ਨਾਂ ਰੱਖਿਆ ਸੀ ਬੂੜਾ, ਤੇ ਗੁਰੂ ਸਾਹਿਬ ਜੀ ਨੇ ਉਹਦੇ ਬਚਨ ਸੁਣ ਕੇ ਆਖਿਆ, ਉਮਰ ਤੇਰੀ ਬੱਚਿਆਂ ਵਾਲੀ ਹੈ ਤੇ ਗੱਲਾਂ ਬਜ਼ੁਰਗਾਂ ਵਾਲੀਆਂ ਕਰਦਾ ਹੈ, ਤੂੰ ਤੇ ਬਾਬਾ ਬੁੱਢਾ ਹੈ। ਬੂੜੇ ਤੋਂ ਨਾਂ ਫਿਰ ਬਾਬਾ ਬੁੱਢਾ ਮਸ਼ਹੂਰ ਹੋ ਗਿਆ ਤੇ ਸਤਿਕਾਰ ਦੇ ਨਾਲ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਆਖਦੇ ਆਪਾਂ। ਕਹਿੰਦੇ ਪ੍ਰਥਮ ਮਿਲਿਓ ਸ੍ਰੀ ਨਾਨਕ ਸੰਗ, ਪਹਿਲਾਂ ਬਾਬਾ ਬੁੱਢਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਿਲੇ। ਭਾਈ ਬੁੱਢਾ ਸਮਤ ਉਤੰਗ, ਬਾਬਾ ਬੁੱਢਾ ਜੀ ਜਿਨ੍ਹਾਂ ਦੀ ਬੜੀ ਉੱਚੀ ਬੁੱਧੀ ਸੀ, ਉੱਚੀ ਬੁੱਧੀ ਵਾਲੇ ਸਨ ਜੀ। ਗਿਆਨ ਅਵਸਥਾ ਵਿਖੇ ਅਰੂਡਾ, ਪ੍ਰਾਪਤ ਪਇਓ ਪਰਮ ਪਦ ਗੂੜਾ। ਉਹ ਗਿਆਨ ਅਵਸਥਾ ਵਿੱਚ ਸਵਾਰ ਸਨ ਤੇ ਗੂੜੀ ਪਰਮ ਪਦਵੀ ਉਹਨਾਂ ਨੂੰ ਪ੍ਰਾਪਤ ਹੋਈ ਜੀ। ਖਟ ਪਾਤ ਸਾਹੀ ਲਖ ਜਗ ਰਹਿਓ, ਸਤਿਗੁਰ ਚਲਤ ਬਿਰਦ ਕੋ ਲਹਿਓ। ਛੇਵੀਂ ਪਾਤਸ਼ਾਹੀ ਤੱਕ ਉਹ ਇਸ ਜਗਤ ਵਿੱਚ ਰਹੇ ਤੇ ਉਹਨਾਂ ਸਤਿਗੁਰੂ ਜੀ ਦੇ ਚਰਿਤਰਾਂ ਨੂੰ ਬਹੁਤ ਬਰੀਕੀ ਦੇ ਨਾਲ ਜਾਣਿਆ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਿਹਾ ਸੀ ਕਿ ਜਦੋਂ ਮੇਰਾ ਅੰਤ ਸਮਾਂ ਆਵੇ ਤੇ ਤੁਸੀਂ ਮੇਰੀ ਬੇਨਤੀ ਸੁਣ ਲੈਣਾ, ਮੈਂ ਅਰਦਾਸ ਕਰਾਂਗਾ ਤੇ ਤੁਸੀਂ ਮੇਰੇ ਕੋਲ ਆ ਜਾਣਾ। ਅੰਤ ਸਮੇਂ ਮੈਂ ਤੁਹਾਡੇ ਦਰਸ਼ਨ ਕਰਨੇ ਹਨ। ਮੇਰੇ ਪ੍ਰਾਣ ਤੁਹਾਡੀ ਹਜ਼ੂਰੀ ਵਿੱਚ ਹੀ ਪੰਖੇਰੂ ਹੋਣ। ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਸਮਾਂ ਨੇੜੇ ਆਇਆ ਸੀ ਨਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਚੱਲਦੇ ਚੱਲਦੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਪਹੁੰਚ ਗਏ। ਰਾਮਦਾਸ ਦੀ ਧਰਤੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ
ਬਾਬਾ ਬੁੱਢਾ ਸਾਹਿਬ ਜੀ ਨੂੰ ਦਰਸ਼ਨ ਦਿੰਦੇ ਤੇ ਨਾਲੇ ਕਹਿੰਦੇ, ਬਾਬਾ ਬੁੱਢਾ ਸਾਹਿਬ ਜੀ, ਅਸੀਂ ਪਹਿਲੇ ਗੁਰੂ ਸਾਹਿਬਾਨਾਂ ਦਾ ਜੋ ਇਤਿਹਾਸ ਹੈ ਉਹ ਤੁਹਾਡੇ ਕੋਲੋਂ ਸਰਵਣ ਨਹੀਂ ਕੀਤਾ, ਸਾਨੂੰ ਇਤਿਹਾਸ ਸਰਵਣ ਕਰਾਓ। ਤੇ ਪੰਜਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਸਾਹਿਬ ਜੀ ਇਤਿਹਾਸ ਸਰਵਣ ਕਰਾਉਂਦੇ ਹਨ। ਫਿਰ ਇੱਕ ਦਿਨ ਆਪਣੇ ਸਪੁੱਤਰ ਦੀ ਬਾਂਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਕੜਾ ਕੇ ਤੇ ਆਖਿਆ, ਹੁਣ ਮੈਨੂੰ ਆਗਿਆ ਦਿਓ। ਗੁਰੂ ਦੇ ਦਰਸ਼ਨ ਕਰਦੇ ਕਰਦੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਦੇ ਚਰਨਾਂ ਵਿੱਚ ਹੀ ਸਮਾ ਗਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪ ਅਰਥੀ ਨੂੰ ਮੋਢਾ ਦਿੱਤਾ ਤੇ ਆਪ ਫਿਰ ਬਾਬਾ ਬੁੱਢਾ ਸਾਹਿਬ ਜੀ ਦਾ ਜੋ ਅੰਗੀਠਾ ਚਿਣਿਆ ਗਿਆ ਉਹਨੂੰ ਚੰਡਾ ਵੀ ਆਪ ਦਿੱਤਾ। ਐਸਾ ਪਿਆਰ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਬਾਬਾ ਬੁੱਢਾ ਸਾਹਿਬ ਜੀ ਨੂੰ ਇੱਥੇ ਕਵੀ ਜੀ ਨੇ ਯਾਦ ਕੀਤਾ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਗਿਆਨ ਅਵਸਥਾ ਵਿੱਚ ਸਵਾਰ ਸਨ ਤੇ ਗੂੜੀ ਪਰਮ ਪਦਵੀ ਉਹਨਾਂ ਨੂੰ ਪ੍ਰਾਪਤ ਹੋਈ। ਛੇਵੇਂ ਪਾਤਸ਼ਾਹ ਦੇ ਸਮੇਂ ਤੱਕ ਉਹ ਸੰਸਾਰ ਵਿੱਚ ਰਹੇ ਤੇ ਸਤਿਗੁਰੂ ਦੇ ਚਰਿਤਰਾਂ ਨੂੰ ਬੜੀ ਬਰੀਕੀ ਦੇ ਨਾਲ ਜਾਣਿਆ ਜੀ। ਜਿਸ ਕੇ ਬਾਗ ਮਿਟੈ ਨਹਿ ਕਿਸ ਤੇ, ਉਤਮ ਅਪਰ ਕਉ ਕੋ ਤਿਸ ਤੇ। ਜਿਸ ਦੇ ਕਹੇ ਹੋਏ ਬਚਨ ਨੂੰ ਕੋਈ ਮਿਟਾ ਨਹੀਂ ਸੀ ਸਕਦਾ, ਉਹਨਾਂ ਤੋਂ ਵੱਡਾ ਹੋਰ ਕਿਸ ਨੂੰ ਉਤਮ ਕਿਹਾ ਜਾ ਸਕਦਾ ਹੈ ਜੀ। ਤਿਸ ਕੀ ਕੁਲ ਕੋ ਭੂਖਣ ਭਇਓ, ਨਾਮ ਸੋ ਰਾਮ ਕੋਈ ਰਜੋ ਥਿਰਿਓ। ਅੱਗੇ ਉਹਨਾਂ ਦੀ ਕੁਲ ਦੇ ਵਿੱਚ ਇੱਕ ਉਤਮ ਪੁਰਖ ਪੈਦਾ ਹੋਇਆ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ, ਜਿਨ੍ਹਾਂ ਦਾ ਨਾਮ ਭਾਈ ਰਾਮ ਕੋਇਰ ਹੈ ਜੀ। ਜਨ ਦੀਪਕ ਤੇ ਦੀਪ ਜਗਾਇਓ, ਗਿਆਨ ਅਵਸਥਾ ਮੈਂ ਦਿਪਤਾਇਓ। ਕਹਿੰਦੇ ਜਿਵੇਂ ਦੀਵੇ ਨਾਲ ਦੀਵਾ ਜਗਾਇਆ ਹੈ, ਗਿਆਨ ਅਵਸਥਾ ਵਿੱਚ ਉਹ ਪ੍ਰਕਾਸ਼ ਰਹੇ ਹਨ ਜੀ। ਸਿੱਖਿਆ ਮੁਖਿਆ ਸਤਿਗੁਰ ਕਰ ਕੇਰੇ, ਜਿਨ ਕੀ ਸਮਤਾ ਅਪਰ ਨਾਹੀ ਰੇ। ਸਤਿਗੁਰੂ ਜੀ ਦੇ ਘਰ ਦੇ ਉਹ ਮੁਖੀ ਸਿੱਖ ਹਨ ਜਿਨ੍ਹਾਂ ਦੀ ਬਰਾਬਰੀ ਕਿਸੇ ਵਿੱਚ ਵੀ ਦਿਖਾਈ ਨਹੀਂ ਦਿੰਦੇ ਹੈ ਜੀ। ਫੁੱਟੋ ਸਮੇਤ ਸੇ ਅੰਮ੍ਰਿਤ ਸਰ ਜੀ, ਲਿਖਿਓ ਬਰਤਾਂਤ ਸਰਬਰ ਗੁਰ ਕਰ ਜੀ। ਕਹਿੰਦੇ ਉਸ ਸਮੇਂ ਬਾਬਾ ਰਾਮ ਕੋਇਰ ਜੀ ਅੰਮ੍ਰਿਤਸਰ ਵਿਖੇ ਰਹਿੰਦੇ ਸਨ। ਲਖਿਓ ਬਿਰਤਾਂਤ ਸਰਬ ਗੁਰ ਘਰ ਜੀ, ਉਹਨਾਂ ਨੇ ਅੰਤਰਜਾਮੀ ਹੋਣ ਕਰਕੇ ਗੁਰੂ ਘਰ ਦੇ ਸਾਰੇ ਬਿਰਤਾਂਤ ਨੂੰ ਜਾਣਿਆ ਜੀ। ਦਸਵੇਂ ਪਾਤਸ਼ਾਹ ਮਨ ਕੇਰਾ, ਮਾਤਾ ਹਿਤ ਸਮਨੋਰਥ ਮੇਰਾ। ਦਸਵੇਂ ਪਾਤਸ਼ਾਹ ਦੇ ਮਨ ਦੀ ਗੱਲ ਜਾਣੀ ਹੈ ਕਿ ਉਹਨਾਂ ਨੇ ਮਾਤਾ ਜੀ ਵਾਸਤੇ ਮਨੋਰਥ ਧਾਰਨ ਕੀਤਾ ਹੈ ਜੀ। ਦਰਸ ਅਵਸਿਆ ਕਰਨ ਕਉ ਕਾਲੀ, ਔਰ ਮੈਂ ਇੱਛਾ ਕੀਨ ਵਿਸਾਲੀ। ਸਮੇਂ ਅਨੁਸਾਰ ਇੱਥੇ ਹੀ ਸਮਾਪਤੀ ਹੈ। ਅਗਲਾ ਪ੍ਰਸੰਗ ਆਪਾਂ ਕੱਲ ਸਾਂਝਾ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਆਪ ਜੀ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਾਰੇ ਸੁਖ ਬਖਸ਼ਣ ਔਰ ਆਪ ਗੁਰੂ ਘਰੋਂ ਗੁਰਮਤਿ ਸਮਤ ਬਖਸ਼ਣ, ਚੜ੍ਹਦੀ ਕਲਾ ਦੇ ਜੀਵਨ ਬਖਸ਼ਣ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।